हाँ जी, सत श्री अकाल बच्चों साਰਿਆਂ ਨੂੰ ਆਪਾਂ ਤੁਹਾਡੇ ਲਈ ਬਹੁਤ ਹੀ ਇੰਪੋਰਟੈਂਟ ਸੀਰੀਜ਼ ਸਟਾਰਟ ਕੀਤੀ ਹੋਈ ਹੈ एंशिएंट हिस्टरी एंड दैट टू फ्री ऑफ कॉस्ट। फ्री ऑफ कॉस्ट ਦਾ ਮਤਲਬ ਇਹ ਵੀ ਨਹੀਂ ਵੀ ਆਪਾਂ ਜਸਟ ਤੁਹਾਡਾ ਟਾਈਮ ਵੇਸਟ ਕਰਨਾ ਹੈ, ਟਾਈਮ ਖਰਾਬ ਕਰਨਾ ਹੈ ਤੇ ਉਹਦੀ ਆਊਟਪੁੱਟ ਬਿਲਕੁਲ ਜ਼ੀਰੋ ਹੋਵੇ। ਇਹ ਜੋ ਫ੍ਰੀ ਆਫ ਕਾਸਟ ਬੱਚਿਓ ਆਪਾਂ ਤੁਹਾਨੂੰ ਕੰਟੈਂਟ ਦੇ ਰਹੇ ਹਾਂ ਇਹ ਆਪਣਾ ਪੇਡ ਕੰਟੈਂਟ ਹੈ। ਬਿਕੋਜ਼ ਜੇਕਰ ਵਾਕਈ ਆਪਾਂ ਫ੍ਰੀ ਆਫ ਕਾਸਟ ਲਿਖਿਆ ਹੈ ਤਾਂ ਉਹਦੇ ਵਿੱਚ ਤੰਤ ਵੀ ਹੋਣਾ ਚਾਹੀਦਾ ਹੈ। ਤਾਂ ਕਰਕੇ ਆਪਾਂ ਇਹ ਪੇਡ ਕੰਟੈਂਟ ਵਿੱਚੋਂ ਹੀ ਤੁਹਾਨੂੰ ਕਲਾਸਿਸ ਪ੍ਰੋਵਾਈਡ ਕਰਵਾ ਰਹੇ ਹਾਂ ਜਿਹਦੇ ਵਿੱਚ ਆਲਰੇਡੀ ਆਪਾਂ एंशिएंट ਦੇ 2 ਟੌਪਿਕ ਕਵਰ ਕਰ ਚੁੱਕੇ ਹਾਂ। ਸੋ ਹਜੇ ਤੱਕ ਜੇਕਰ ਤੁਸੀਂ ਉਹ ਨਹੀਂ ਕਵਰ ਕੀਤੇ ਤਾਂ ਪਹਿਲਾਂ 4 ਕਲਾਸਾਂ ਜ਼ਰੂਰ ਦੇਖ ਕੇ ਆਓ। ਦੈਨ ਫਿਰ ਆਪਾਂ ਅੱਜ ਦੀ ਕਲਾਸ ਦੇ ਵਿੱਚ ਵੈਦਿਕ ਏਜ ਸਟਾਰਟ ਕਰਨ ਜਾ ਰਹੇ ਹਾਂ, ਠੀਕ ਹੈ ਨਾ। ਐਂਡ ਸੈਕੰਡਲੀ ਮੈਂ ਸਾਰੇ ਬੱਚਿਆਂ ਨੂੰ ਦੱਸ ਦੇਣਾ ਚਾਹੁੰਦਾ ਵੀ ਇਹਦੇ ਰਿਗਾਰਡਿੰਗ ਜੇਕਰ ਤੁਸੀਂ ਪ੍ਰੋਪਰ ਕੋਰਸ ਜੁਆਇਨ ਕਰਨਾ ਹੈ ਜਾਂ ਇਸ ਕਲਾਸ ਨੋਟਸ ਦੀ PDF ਚਾਹੀਦੀ ਹੈ। वैसे मैं हर क्लास कहना होना है कि जो बच्चे आप भी बना रहे हैं वैल एंड गुड है, ਉਹਦੀ ਕੋਈ ਰੀਸ ਨਹੀਂ ਹੁੰਦੀ। बट हाँ जेकर ਤੁਸੀਂ ਆਪਣੇ ਨਾਲ ਬਾਕੀ एग्जाम ਦੇ ਲਈ ਜੁੜਨਾ ਹੈ ਜਾਂ ਨੋਟਸਾਂ ਦੇ ਲਈ ਜੁੜਨਾ ਹੈ ਤਾਂ प्ले स्टोर ਤੇ ਜਾ ਕੇ ਬੱਚੋ ਆ ਐਪ ਡਾਊਨਲੋਡ ਕਰਨੀ ਹੈ, ਰੁਪਿੰਦਰ ਸਿੱਧੂ ਅਕੈਡਮੀ ਐਪ। ਸਿਰਫ ਔਰ ਸਿਰਫ ਆਪਦਾ ਨੰਬਰ ਭਰ ਕੇ ਲੌਗਇਨ ਕਰ ਲੈਣਾ ਹੈ। ਉਸ ਤੋਂ ਬਾਅਦ ਫਿਰ ਵਿਚਾਲੇ ਭਾਈ ਨੀਚੇ ਸਟੋਰ ਦਾ ਆਪਸ਼ਨ ਆ ਜਾਣਾ ਹੈ ਤਾਂ ਸਟੋਰ ਦੇ ਆਪਸ਼ਨ ਤੇ ਕਲਿੱਕ ਕਰਕੇ ਤੁਹਾਨੂੰ ਸਾਰੇ ਬੈਚ ਆਪਣੇ ਸ਼ੋ ਹੋ ਜਾਣਗੇ। ਜਿਨ੍ਹਾਂ ਬੱਚਿਆਂ ਕੋਲੇ ਆਈਫੋਨ ਹੈ ਉਹ ਡਾਊਨਲੋਡ ਕਰਨਗੇ ਮਾਈ ਇੰਸਟੀਟਿਊਟ। ਮਾਈ ਇੰਸਟੀਟਿਊਟ ਡਾਊਨਲੋਡ ਕਰਨ ਤੋਂ ਬਾਅਦ ਤੁਹਾਨੂੰ ਇੱਕ ORG ਕੋਡ ਪੁੱਛਿਆ ਜਾਵੇਗਾ ਤੇ ਉਹ ORG ਕੋਡ ਵੀ ਆਪਣਾ ਨੋਟ ਕਰ ਲਓ QUQUL। ਇਹ ਆਪਣਾ 5 ਅੱਖਰਾਂ ਦਾ ਹੈ। कैपिटल पा सकते हो, स्मॉल पा सकते हो, कितना मर्जी पा सकते हो। अपनी दन ये ऐप रुपिंदर सिद्धू अकैडमी ओपन हो जाएगी। जो आप क्लासां ला रहे हैं इन्हां क्लासां दे विच कंप्लीट नोट्स मिल जाएंगे क्लास वाइज। जिवें क्लास 1 च आपां जिन्ना पढ़िया नाल दी नाल PDF, क्लास 2 जिन्ना पढ़िया नाल दी नाल PDF। मैं फिर कह रहा ये कोई मैंडेटरी नहीं हैगा भी तुसीं इहदे नाल सार नहीं सकदे, सार सकदे हो। हाँ जो चाहुंदे हो भी मैं मतलब टाइम वेस्ट इन्हां क्लासेस ते नहीं करना भी मैं नाल दी नाल लिख के आपदे 2 घंटे नहीं लाउणे। बिकॉज जो कि मैसेज यही आया है कि सर जी 2 घंटे लिखण ते नोट करन ते लग जांदे है तां तुसीं इस चीज़ नूं प्रैफर कर सकदे हो। बाकी अपने कोले हुण इह सीरीज आपां स्टार्ट क्यों करी है बिकॉज हुण अपने कोले एक हिसाब दे नाल खुला टाइम है तां ही हुण आपां प्रॉपर तरीके नाल आपां यूटिलाइज कर रहे हैं। ते बहुत ही जल्द तुहानूं मैं रिगार्डिंग दी जोग्राफी स्पैशल आपां क्लासेस उस में स्पैशल की इन्फॉर्मेशन हुणी देण जा रहे हैं। नैक्सट क्लासेस बहुत जल्दी आपां देवांगे, ठीक है ना। जोग्राफी स्पैशल होगा वो भी अपना UPSC PPSC एग्जाम्स ਨੂੰ ਟਾਰਗੇਟ ਕਰਕੇ ਚੱਲਾਂਗੇ। ਉਹਦੇ ਵਿੱਚ ਆਪਾਂ ਉਹ ਆਪਾਂ ਤੁਹਾਨੂੰ ਕਿਤੇ ਹੋਰ ਕਲਾਸ 'ਚ ਆਪਾਂ ਸਾਰਾ ਐਕਸਪਲੇਨ ਕਰ ਦਾਂਗੇ, ਠੀਕ ਹੈ। ਤੇ ਆ ਇੱਕ ਆਪਣਾ ਬੱਚੋ ਕੰਪਲੀਟ ਬੈਚ ਹੈ ਨੰਬਰ 1 ਬੈਚ ਆਫ ਪੰਜਾਬ। ਇਹ ਸਿਰਫ ਨਾਮ ਦਾ ਨੰਬਰ 1 ਨਹੀਂ ਹੋਊਗਾ ਜਾਂ ਸਿਰਫ ਅਸੀਂ ਆਪਦੇ ਨੰਬਰ 1 ਨਹੀਂ ਕਹਾਂਗੇ। ਜੋ ਬੱਚਾ ਇਸ ਬੈਚ ਨੂੰ ਜੁਆਇਨ ਕਰ ਰਿਹਾ ਹੈ ਉਹਨਾਂ ਤੋਂ ਰਿਵਿਊ ਜ਼ਰੂਰ ਲਓ। ਮੈਂ ਤੁਹਾਨੂੰ ਅਕਸਰ ਹੀ ਕਹਿਣਾ ਹੁੰਦਾ ਕਿਤੇ ਵੀ ਜੁਆਇਨ ਕਰਨ ਤੋਂ ਪਹਿਲਾਂ ਰਿਵਿਊ ਲੈਣਾ ਚਾਹੀਦਾ, ਚਾਹੇ ਲੱਗਣਾ ਹੋਵੇ ਆਫਲਾਈਨ ਚਾਹੇ ਲੱਗਣਾ ਹੋਵੇ ਆਨਲਾਈਨ। ਹਾਂ ਸੈਲਫ ਮੇਡ ਆਪਾਂ ਸੈਲਫ ਤਰੀਕੇ ਨਾਲ ਕਹਦੇ ਵੀ ਅਸੀਂ ਨੰਬਰ 1 ਹੈ ਨੰਬਰ 1 ਹੈ ਉਹ ਚੀਜ਼ ਦੀ ਐਡੀ ਖਾਸ ਕੋਈ ਵੀ ਤੁੱਕ ਨਹੀਂ ਹੁੰਦੀ। ਮੇਰੇ ਕਹਿਣ ਦਾ ਮਤਲਬ ਇਹ ਹੈ। ਸੋ ਇਸ ਬੈਚ ਦੇ ਵਿੱਚ ਨੂੰ ਬੈਨੀਫਿਟ ਬੱਚੋ ਕੀ ਮਿਲੂਗਾ जो भी टॉपिक्स है चाहे मैथ है, रीजनिंग है, कंप्यूटर है, इंग्लिश है, जीके है, जिन्ने भी मॉड्यूल होंगे है सारिਆਂ ਦਾ ਕੰਟੈਂਟ ਪੂਰਾ ਇੱਕ ਕਲਾਸ ਮਿਲੇਗਾ। तो ਤੁਸੀਂ ਇਸ ਬੈਚ ਨੂੰ ਫਰਦਰ ਆਪਣੇ ਸਾਰੇ ਪੰਜਾਬ ਦੇ ਪੇਪਰਾਂ ਦੇ ਲਈ ਯੂਜ਼ ਕਰ ਸਕਦੇ ਹੋ ਬਿਕੋਜ਼ ਇਹ PSSSB ਤੋਂ ਲੈ ਕੇ ਐਕਸਾਈਜ਼ ਇੰਸਪੈਕਟਰ ਸੀਨੀਅਰ ਅਸਿਸਟੈਂਟ ਤੱਕ ਇਹੀ ਤੁਹਾਡਾ ਇੱਕੋ ਇੱਕ ਬੈਚ ਤੁਹਾਡੇ ਲਈ ਕੀ ਹੈ ਹੈਲਪਫੁਲ ਹੋਊਗਾ, ਠੀਕ ਹੈ ਨਾ। थोड़ा थोड़ा ज्यादा टाइम आप मतलब वेस्ट ना करिए तो तुम आप बच्चे सैशन स्टार्ट कर सकते हो। ओके हाँ जी सत श्री अकाल बच्चों सारिਆਂ ਨੂੰ। ਤੇ ਅੱਜ ਦੀ ਕਲਾਸ ਬਹੁਤ ਹੀ ਇੰਪੋਰਟੈਂਟ ਹੋਣ ਜਾ ਰਹੀ ਹੈ ਤੇ ਸਭ ਤੋਂ ਵੱਡੀ ਗੱਲ ਲਾਸਟ ਟਫ ਟੌਪਿਕ ਹੈ ਆਪਣੀ ਸਾਰੀ ਹਿਸਟਰੀ ਦਾ। ਅੱਜ ਤੋਂ ਬਾਅਦ ਮਤਲਬ ਇਸ ਟੌਪਿਕ ਤੋਂ ਬਾਅਦ ਜਿਹੜਾ ਕਿ ਆਪਣਾ ਬੱਚੋ 2 ਕਲਾਸਿਸ ਦੇ ਵਿੱਚ ਕੰਪਲੀਟ ਹੋ ਜਾਊਗਾ। ਉਸ ਤੋਂ ਬਾਅਦ ਸਾਰੀ ਹਿਸਟਰੀ ਆਪਣੇ ਮੁੱਠੀ ਦੇ ਵਿੱਚ ਹੋਊਗੀ। ਰਾਤ ਨੂੰ ਸੁੱਤੇ ਪਈ ਵੀ ਆਪਾਂ ਹਰ ਸਵਾਲ ਦਾ ਜਵਾਬ ਈਜ਼ੀਲੀ ਦੇ ਦਿਆ ਕਰਾਂਗੇ ਆਪਾਂ, ਠੀਕ ਹੈ। तो लास्ट टफ टॉपिक है ये बच्चा अपना है वैदिक एज। आज बच्चा पढ़न जा रहे हैं आप वैदिक काल पढ़न जा रहे हैं। तो वैदिक काल इन्ना टफ टॉपिक है बच्चों कि बहुत गल्लां सोचण वालियां होणगियां जिहड़ियां आपां नूं अज भी अपने दिमाग 'च ख्याल आउंदे होणगे। वैसे मैनूं पता नहीं आउंदे होणे, मैं लिआऊंगा। 1600 तो लैके बच्चों 600 BC है। वैसे कई थावां 1600 लिखिआ बट कई थावां नहीं आपां NCERT ਦੇ अकॉर्डिंग चलो यार ਤੁਸੀਂ ਇੱਥੇ ਪਾ ਲਓ 1500 BC। ਇਹ ਬੱਚੋ ਚੱਲਦਾ ਆਪਣਾ ਵੈਦਿਕ ਕਾਲ ਚੱਲਦਾ ਹੈ 1500 BC ਤੋਂ ਲੈ ਕੇ 600 BC। ਪਹਿਲਾਂ ਮੈਂ ਮਾੜਾ ਜਿਹਾ ਕੁਇਕਲੀ ਇਹਨੂੰ ਡਿਵਾਈਡ ਕਰਦਾ ਫਿਰ ਆਪਾਂ ਚਰਚਾ ਸਟਾਰਟ ਕਰਦੇ ਹਾਂ ਕਿਉਂਕਿ ਇਹਦੇ ਵਿੱਚ ਚਰਚਾ ਜ਼ਿਆਦਾ ਇੰਪੋਰਟੈਂਟ ਹੈ, ਲਿਖਤੀ ਵਾਲਾ ਕੰਮ ਘੱਟ ਹੈ। ਹਾਂ ਲਿਖਤੀ ਵਾਲਾ ਕੰਮ ਆਪਾਂ ਅਕਸਰ ਤੁਹਾਨੂੰ ਪਤਾ ਦੇਣਾ ਤਾਂ ਪੇਪਰ ਹੀ ਆਪਾਂ ਉਹਦੇ ਅਕੋਰਡਿੰਗ ਆਪਾਂ ਸਾਰਾ ਲਿਖਦੇ ਜਾਵਾਂਗੇ। ਬਟ ਵੈਦਿਕ ਕਾਲ ਨੂੰ ਪੜ੍ਹਨ ਵਾਸਤੇ ਬੱਚਿਓ
ਇਹਨੂੰ ਆਪਾਂ ਡਿਵਾਈਡ ਕਰਾਂਗੇ ਦੋ ਹਿੱਸਿਆਂ ਦੇ ਵਿੱਚ। ਪਹਿਲੀ ਗੱਲ ਤਾਂ ਮੈਂ ਨਹੀਂ ਕਰ ਰਿਹਾ, ਪੇਪਰ ਵਾਲਾ ਕਰੂਗਾ। ਪੇਪਰ ਵਾਲਾ ਕਿਉਂ ਕਰੂਗਾ? ਉਹਦੀ ਮਜਬੂਰੀ ਹੈ, ਕਿਉਂਕਿ ਵੈਦਿਕ ਕਾਲ ਉਸੇ ਅਕੋਰਡਿੰਗ ਹੀ ਪੜ੍ਹਨਾ ਮੈਂ ਕਹਿੰਦਾ ਵੀ ਸਹੀ ਰਹਿੰਦਾ ਹੈ, ਕਿਉਂਕਿ ਸਮਾਜ ਪੜ੍ਹਨਾ ਆਪਾਂ ਇੱਥੇ ਅਸਲ ਦੇ ਵਿੱਚ। ਜਿਵੇਂ ਤੁਹਾਨੂੰ ਮੈਂ ਕੀ ਕਿਹਾ ਵੀ ਸੋਚਣ ਤੇ ਮਜਬੂਰ ਹੋਣ ਵਾਲੀ ਗੱਲ ਕੀ ਹੈ ਵੀ ਸਮਾਜ 'ਚ ਗਰੀਬੀ, ਅਮੀਰੀ, ਜਾਤ ਪਾਤ, ਵਹਿਮ ਭਰਮ, ਟਕਵੰਜ ਲੱਛਣ ਜਿਹੜਾ ਅੱਜ ਆਪਣੀਆਂ ਜੜ੍ਹਾਂ ਦੇ ਵਿੱਚ ਬੈਠਾ, ਆਪਣੇ ਮੁਲਕ ਦੀਆਂ ਖਾਸ ਕਰਕੇ ਹਿੰਦੁਸਤਾਨ ਦੇ ਜੜ੍ਹਾਂ ਦੇ ਵਿੱਚ, ਜਦੋਂ ਨਾਮ ਆਪਾਂ ਭਾਰਤ ਵੀ ਹੈ, ਉਹ ਸਾਰਾ ਕੁਝ ਆਪਾਂ ਅੱਜ ਡਿਸਕਸ ਸਟਾਰਟ ਕਰ ਦਾਂਗੇ ਤੇ ਕੱਲ ਤੋਂ ਫਿਰ ਆਪਾਂ ਲੜਾ ਕੇ ਧਰਮ ਤੇ ਰਾਜੇ ਪੈਦਾ ਕਰ ਦਾਂਗੇ। ਉਹਦੇ ਅਕੋਰਡਿੰਗ ਆਪਾਂ ਨੂੰ ਦੋ ਹਿੱਸਿਆਂ ਵਿੱਚ ਵੰਡਾਂਗੇ ਬੱਚੋ। ਪਹਿਲਾ ਤਾਂ ਆਪਣਾ ਹੋਊਗਾ अर्ਲੀ ਵੈਦਿਕ ਏਜ, ਪਹਿਲਾ ਤਾਂ ਬੱਚੋ ਆਪਣਾ ਆ ਜਾਊਗਾ ਜੀ अर्ਲੀ ਵੈਦਿਕ ਏਜ, ਤੇ ਦੂਸਰੇ ਨੰਬਰ ਤੇ ਫਿਰ ਆ ਜਾਏਗਾ ਲੇਟਰ ਵੈਦਿਕ ਏਜ। ਲੇਟਰ ਵੈਦਿਕ ਏਜ ਤੇ ਫਿਰ ਬੱਚੋ ਆਪਣਾ ਆ ਜਾਊਗਾ अर्ਲੀ ਵੈਦਿਕ ਏਜ। ਜੋ अर्ਲੀ ਵੈਦਿਕ ਏਜ ਹੈ ਇਹ ਆਪਣਾ ਚੱਲੂਗਾ ਜੀ 1500 ਤੋਂ ਲੈ ਕੇ 1000 BC, ਤੇ ਜਿਹੜਾ ਜੀ ਆਪਣਾ ਲੇਟਰ ਵੈਦਿਕ ਪੀਰੀਅਡ ਹੈ ਇਹ ਚੱਲੂਗਾ ਜੀ 1000 ਤੋਂ ਲੈ ਕੇ 600 BC। ਸੋ ਬਹੁਤ ਹੀ ਧਿਆਨ ਨਾਲ ਸੁਣਨਾ ਬੱਚੋ, ਇਹ ਟਾਈਮ ਪੀਰੀਅਡ ਪਾ ਕੇ ਰੱਖਣਾ, ਇਹਨੂੰ ਐ ਨਾ ਮੰਨਣਾ ਵੀ ਸਰ ਇਹ ਇੰਪੋਰਟੈਂਟ ਹੈ ਕਿ ਨਹੀਂ ਹੈ, ਇਹੋ ਜਿਹੇ ਮੈਸੇਜ ਨਾ ਕਰਿਆ ਕਰੋ। ਜੋ ਵੀ ਚੀਜ਼ਾਂ ਬੋਰਡ ਤੇ ਲਿਖੀਆਂ ਜਾਂਦੀਆਂ ਸਾਰੀਆਂ ਇੰਪੋਰਟੈਂਟ ਹੈ। ਹਾਂ, ਹਰ ਥਾਂ ਤੇ ਬੋਲਣ ਦੀ ਗੰਦੀ ਜਿਹੀ ਆਦਤ ਬਣੀ ਹੋਈ ਹੈ ਵੀ ਆਹ ਬੜਾ ਜ਼ਰੂਰੀ ਆ, ਘੱਟ ਜ਼ਰੂਰੀ ਹੈ, ਕੁਝ ਨਹੀਂ ਹੁੰਦਾ, ਸਾਰਾ ਜ਼ਰੂਰੀ ਹੈ। ਪਹਿਲੀ ਗੱਲ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਵੀ ਵੈਦਿਕ ਏਜ ਦੀ ਜਿਹੜੀ ਸਥਾਪਨਾ ਹੁੰਦੀ ਹੈ, ਜਾਂ ਸਥਾਪਨਾ ਨਾ ਕਹੋ ਸ਼ੁਰੂਆਤ ਕਹਿ ਲਓ ਬੱਚੋ, ਇਹ ਹੁੰਦੀ ਆ ਆਪਣੇ ਮੁਲਕ ਦੇ ਵਿੱਚ ਆਰੀਅਨਸ ਦੀ ਮਾਈਗ੍ਰੇਸ਼ਨ ਤੋਂ ਬਾਅਦ। ਅੱਜ ਮੈਂ ਇੱਕ ਵਰਡ ਸੱਚ ਨਵਾਂ ਯੂਜ਼ ਕਰ ਰਿਹਾ, ਆਰੀਅਨਸ ਦੀ ਮਾਈਗ੍ਰੇਸ਼ਨ। ਅੱਜ ਮੈਂ ਇਨਵੇਜ਼ਨ ਨਹੀਂ ਕਿਹਾ, ਕਿਉਂਕਿ ਮੈਂ ਲਾਸਟ ਕਲਾਸ ਦੇ ਵਿੱਚ ਤੁਹਾਨੂੰ ਮੈਂ ਆਰੀਅਨਸ ਦੇ ਹਮਲੇ ਬਾਰੇ ਜਾਣਕਾਰੀ ਦੇਤੀ ਸੀ ਵੀ ਨਹੀਂ, ਵੀ ਆਰੀਅਨਸ ਦਾ ਕੋਈ ਹਮਲਾ ਨਹੀਂ ਹੋਇਆ। ਆਰੀਅਨਸ ਦੀ ਅੱਜ ਆਪਾਂ ਵਰਡ ਕਰਾਂਗੇ ਮਾਈਗ੍ਰੇਸ਼ਨ ਹੋਈ ਹੈ। ਹਾਂ, ਖਾਲੀ ਜਗ੍ਹਾ ਤੇ ਆ ਕੇ ਸਮਝ ਲਓ ਬੈਠ ਗਏ ਵੀ ਕੋਈ ਪਤਾ ਨਹੀਂ ਆਪਾਂ ਨੂੰ ਵੀ ਸਭਿਅਤਾ ਆਪਣੀ ਖਤਮ ਕਿਵੇਂ ਹੋਈ ਆ, ਕਿਹਨੇ ਕਰਤੀ, ਕੁਝ ਵੀ ਹੈ। ਆਰੀਅਨਸ ਦੇ ਆਉਣ ਨਾਲ ਆਪਣੇ ਮੁਲਕ ਦੇ ਵਿੱਚ ਵੈਦਿਕ ਕਾਲ ਚੱਲ ਪਿਆ, ਬਟ ਕੰਟਰੋਵਰਸੀ ਕਿਸ ਨੂੰ ਲੈ ਕੇ ਹੈ ਵੀ ਆਰੀਅਨਸ ਕਿੱਥੋਂ ਆਏ ਹੈ। ਪਹਿਲਾਂ ਉਹਦੇ ਰਿਗਾਰਡਿੰਗ ਆਪਾਂ ਵੱਖ-ਵੱਖ ਵਿਊ ਪੁਆਇੰਟ ਦੇਖ ਲਈਏ, ਬਿਕੋਜ਼ ਅੱਜ ਤੱਕ ਵੀ ਇਹ ਕੰਟਰੋਵਰਸੀ ਹੈ। ਅੱਜ ਤੱਕ ਵੀ ਆਪਾਂ ਜਦੋਂ 21ਵੀਂ ਸਦੀ ਮਿਲਣੇ ਸਾਰੇ ਟਪਾ ਦਾਂਗੇ, ਪਰ ਆਪਾਂ ਨੂੰ ਫਿਰ ਵੀ ਕੋਈ ਪ੍ਰਮਾਣ ਸੋਰਸ ਸ਼ਾਇਦ ਹੀ ਮਿਲੇ। ਪਹਿਲਾਂ ਆਪਾਂ ਦੇਖ ਲਈਏ, ਲਿਖ ਕੇ ਰੱਖ ਲਿਓ, origin of Aryans, origin of Aryans, origin of Aryans still remains controversial। ਹਜੇ ਤੱਕ ਵੀ ਇਹ ਕੰਟਰੋਵਰਸ਼ੀਅਲ ਹੈ ਵੀ ਇਹ ਕਿੱਧਰੋਂ ਆਏ ਹੈ। ਹਾਂ, ਇੰਨੀ ਗੱਲ ਪੱਕਾ ਪਤਾ ਹੈ ਵੀ ਇਹਨਾਂ ਦੇ ਆਉਣ ਨਾਲ ਆਪਾਂ ਕੀ ਪੜਾਂਗੇ, ਅੱਜ ਵੈਦਿਕ ਏਜ ਪੜਾਂਗੇ। ਇਹ ਗੱਲ ਆਪਾਂ ਨੂੰ ਪੱਕਾ ਪਤਾ ਲੱਗ ਗਈ। ਪਹਿਲਾਂ ਆਪਾਂ ਦੇਖ ਲਈਏ ਵੀ ਭਾਈ ਇਹ ਕਿੱਥੋਂ ਕਿੱਥੋਂ ਆਏ ਹੈ, ਕਿਹੜੇ ਇਤਿਹਾਸਕਾਰ ਨੇ ਕੀ ਕਿਹਾ ਜਾਂ ਕਿਹੜੀ ਪਰਸਨੈਲਿਟੀ ਨੇ ਕੀ ਕਿਹਾ। ਪਹਿਲਾ ਬੰਦਾ ਆ ਗਿਆ ਬੱਚੋ ਅਕੋਰਡਿੰਗ ਟੂ ਜਰਮਨ ਮੈਕਸ ਮਿਊਲਰ, ਜਾਂ ਪਾਓ ਅਕੋਰਡਿੰਗ ਟੂ ਮੈਕਸ ਮਿਊਲਰ। ਇਹਦੀ ਚਰਚਾ ਆਪਾਂ ਅੱਗੇ ਕਰਾਂਗੇ, ਇਸ ਬੰਦੇ ਨੂੰ ਆਪਾਂ ਅੱਗੇ ਲੈ ਕੇ ਆਵਾਂਗੇ। ਜਿਵੇਂ ਆਪਾਂ ਪਿੱਛੇ ਜੌਨ ਮਾਰਸ਼ਲ ਆਪਾਂ ਦੇਖਿਆ, ਆਪਾਂ ਅਲੈਗਜ਼ੈਂਡਰ ਕਨਿੰਗਮ ਦੇਖਿਆ, ਉੱਥੇ ਇੱਕ ਹੋਰ ਗੋਰਾ ਆ ਗਿਆ ਮੈਕਸ ਮਿਊਲਰ। ਇਹ ਕਹਿੰਦਾ ਵੀ ਆਰੀਅਨਸ ਕੇਮ ਫਰੋਮ, ਇਹ ਬੱਚੋ ਕੀ ਕਹਿੰਦਾ ਹੈ, ਕਹਿੰਦਾ ਆਰੀਅਨਸ ਕੇਮ ਫਰੋਮ ਸੈਂਟਰਲ ਏਸ਼ੀਆ। ਇਹ ਕਹਿੰਦਾ ਜੀ ਆਰੀਅਨਸ ਆਏ ਹੈ ਸੈਂਟਰਲ ਏਸ਼ੀਆ ਤੋਂ। ਅੱਜ ਕਲਾਸ ਖੁਸ਼ ਹੋ ਕੇ ਲਾਉਣੀ ਹੈ ਕਿਉਂਕਿ ਸਭ ਤੋਂ ਟਫ ਟੌਪਿਕ ਪੜ੍ਹ ਰਹੇ ਹਾਂ ਆਪਾਂ ਇਹ। ਫਿਰ ਆਪਾਂ ਦੂਜਾ ਆਪਾਂ ਦੇਖਣਾ ਬੱਚੋ ਆਪਣੇ ਮੁਲਕ ਦੀ ਵਿਦਵਾਨ ਪਰਸਨੈਲਿਟੀ ਅਕੋਰਡਿੰਗ ਟੂ ਦਇਆਨੰਦ ਸਰਸਵਤੀ। ਇਹ ਸਾਰੇ ਵਿਊ ਪੁਆਇੰਟ ਹੈ ਜੋ ਕਿ ਐਗਜ਼ਾਮੀਨਰ ਤੁਹਾਨੂੰ ਸਿੱਧਾ ਪੁੱਛੂਗਾ। ਅਕੋਰਡਿੰਗ ਟੂ ਦਇਆਨੰਦ ਸਰਸਵਤੀ ਆਰੀਅਨਸ ਕੇਮ ਫਰੋਮ ਤਿੱਬਤ। ਤੇ ਮੈਂ ਇਹੀ ਲੈਣੋਵਾਰ ਕਿਉਂ ਪਾਇਆ ਹੈ, ਇਹਨਾਂ ਦੋਨਾਂ ਦੀ ਇੰਪੋਰਟੈਂਸ ਜ਼ਿਆਦਾ ਮੰਨੀ ਗਈ ਹੈ। ਕਾਫੀ ਇਤਿਹਾਸਕਾਰ ਸਹਿਮਤ ਹੈ ਵੀ ਹਾਂ ਸੈਂਟਰਲ ਏਸ਼ੀਆ ਮਤਲਬ ਕੀ ਹੁੰਦਾ ਹੈ, ਜਿਹੜੇ ਆਪਣੇ ਉਹ 5 ਸਥਾਨ ਨਹੀਂ, ਕਜ਼ਾਕਿਸਤਾਨ, ਕਿਰਗਿਜ਼ਸਤਾਨ, ਤੁਰਕਮੇਨਿਸਤਾਨ, ਤਾਜਿਕਿਸਤਾਨ, ਉਹਨੂੰ ਆਪਾਂ ਕੀ ਬੋਲਦੇ ਆ ਸੈਂਟਰਲ ਏਸ਼ੀਆ। ਫਿਰ ਆਪਣੇ ਸਰਸਵਤੀ ਜੀ ਨੇ ਕੀ ਕਿਹਾ ਵੀ ਤਿੱਬਤ ਚੋਂ ਆਏ ਹੈ। ਇੱਕ ਫਿਰ ਆਪਣਾ ਗਰਮ ਖਿਆਲੀ ਬੰਦਾ ਜਿਹੜਾ ਮਾਡਰਨ ਚ ਪੜਾਂਗੇ ਆਪਾਂ ਬੜੇ ਘੈਂਟ ਤਰੀਕੇ ਨਾਲ, ਅਕੋਰਡਿੰਗ ਟੂ ਬਾਲ ਗੰਗਾਧਰ ਤਿਲਕ। ਵੈਸੇ ਜਿੰਨਾ ਬੰਦਿਆਂ ਨੇ ਪਹਿਲਾਂ ਮਾਡਰਨ ਹਿਸਟਰੀ ਪੜ੍ਹੀ ਹੁੰਦੀ ਹੈ ਉਹ ਤਾਂ ਸਮਝ ਗਏ ਹੋਣਗੇ ਲੋਕ ਮਾਨਿਆ ਤਿਲਕ ਕੌਣ ਹੈ। ਵੈਸੇ ਲੋਕ ਮਾਨਿਆ ਤਿਲਕ ਨੂੰ ਦੱਸ ਦਿੰਦਾ, ਇਹਨਾਂ ਦੀ ਇੱਕ ਕਿਤਾਬ ਆਈ ਸੀ ਬੱਚੋ, ਇਹਨਾਂ ਦੀ ਕਿਤਾਬ ਦਾ ਨਾਮ ਕੀ ਹੈ, ਇਹਨਾਂ ਦੀ ਬੁੱਕ ਦਾ ਨਾਮ ਸੀਗਾ ਆਰਕਟਿਕ ਹੋਮ ਆਫ ਵੇਦਾਸ। ਇਹਨਾਂ ਦੀ ਬੱਚੋ ਬੁੱਕ ਦਾ ਨਾਮ ਕੀ ਹੈ, ਆਰਕਟਿਕ ਹੋਮ ਆਫ
वेदास, आर्कटिक होम ऑफ वेदास। ते इन्हां ने की कहा बच्चों, हुण गर्म ख्याली बंदा है बट पॉइंट नजायज ठंडा देता, कहंदा जी आर्यंस तो अपने आर्कटिक रीजन चों आए है, मतलब आपां कह लईए पोलर रीजन चों आए है भी, क्योंकि ये आपदे आप नूं की है बाले सुपीरियर मानदे सीगे। मैनूं पता बाल गंगाधर तिलक क्यों बोलिया, क्योंकि अपने मुल्क दे लोकां नूं तां इन्हां ने गौले नहीं, कहंदे तां लो लैवल पीपल्स है। ਇਹ ਤਾਂ ਕਹਿੰਦੇ ਆ ਦੇਖੋ ਇਹਨਾਂ ਦਾ ਰੰਗ ਕਿਹੋ ਜਿਹਾ ਡੱਬ ਖੜੱਬੇ ਜੇ ਹੈ, ਅਸੀਂ ਗੋਰੇ ਚਿੱਟੇ ਆ, ਅਸੀਂ ਬਰਫੀਲੇ ਬੰਦੇ ਆ। ਇਹ ਕਿਤੇ ਨਾ ਕਿਤੇ ਖਿਆਲ ਆਪਾਂ ਇਸ ਤਰੀਕੇ ਨਾਲ ਯਾਦ ਰੱਖ ਸਕਦੇ ਆ, ਜੇ ਮੈਂ ਰੱਖਿਆ ਹੋਇਆ ਕਿ ਬਾਲ ਗੰਗਾਧਰ ਤਿਲਕ ਕਹਿੰਦਾ ਜੀ ਆਰੀਅਨ ਕੇਮਸ ਫਰੋਮ ਆਰਕਟਿਕ ਰੀਜਨ, ਆਰੀਅਨਸ ਕੇਮ ਫਰੋਮ ਆਰਕਟਿਕ ਰੀਜਨ। ਸੋ ਇਹ ਤਿੰਨ ਬੱਚੋ ਪੁਆਇੰਟ ਹੈ ਜਿਹੜੇ ਤੁਸੀਂ ਕੀ ਹੈ याद रखने भी, आर्यंस कित्थों कित्थों आए है भी, सेंट्रल एशिया कह दिंदा मैक्स म्यूलर, दयानंद सरस्वती कहंदा तिब्बत, बाल गंगाधर तिलक कहंदा आर्कटिक रीजन। एक बंदा होर लो भी क्यों छड्डना यार, वो भी अपना मॉडर्न च बड़ा काम आउणा है। अकॉर्डिंग टू विलियम जोन्स, अकॉर्डिंग टू विलियम जोन्स, विलियम जोन्स साहब कहंदे जी आर्यंस कहंदा जी केम फ्रॉम, आर्यंस केम फ्रॉम, इन्हें काम ही निबेड़ता। इन्हें सोचा भी कदा कमेंट मैं भी छड्डदा, पर देखो कितना घैंट कहंदे यूरोप चों आया, 48 मुल्क है तो 10 भी कित्थों आए है, पर टाल मटोल करती। विच इतिहासकार इहो जिहे भी सी मेरे वर्गे जिहड़ा कहंदा भी उही मरी जांदे है, कहंदे आर्यंस अपने ही है। क्या बात है, हुण अपणियां चर्चा स्टार्ट हो गई इस पॉइंट तो बाद। काफी इतिहासकार कहंदे भी आर्यंस अपने इंडिजीनियस पीपल ही है, बट वो उन्हां नाल खरी छेती हो गई, क्योंकि मेरे वर्गे सी ते खरी तो होनी होनी है, उन्हें खरी छेती हो गई। कहते माड़ा मोटा ना देख के बोल पा, हूँ छड़ी जाना छुरली, चल आ तो फिर भी पॉइंट चलने वाला भी, सेंट्रल एशिया तिब्बत आ भी चल गया, कमाल तो होगी, बट कहते 13 पॉइंट नहीं आड़ी चलता। कहते तुसीं ना पता भी अपने की सी सिंधु घाटी सभ्यता, सिंधु घाटी सभ्यता ते अपना वैदिक एज दे विच डिफरेंस पेपर्स नूं बड़ा पुछदे है, इहनूं लैके वो चर्चा फिर फेल करती। जिहड़े लोकां ने कहा सी भी आर्यंस अपने इंडिजिनस पीपल है, ਜਿਹੜੇ ਵੈਦਿਕ ਏਜ ਵਾਲੇ ਲੋਕ ਹੈ, ਜਿਹੜੇ ਆਰੀਅਨਸ ਹੈ, ਇਹਨਾਂ ਦਾ ਫੇਵਰਿਟ ਐਨੀਮਲ ਪਤਾ ਕਿਹੜਾ ਸੀਗਾ? ਘੋੜਾ, ਹਾਰਸ। ਤੇ ਕਹਿੰਦਾ ਆਪਣਾ ਸਿੰਧੂ ਘਾਟੀ ਦੇ ਵਿੱਚ ਕਹਿੰਦੇ ਹਾਰਸ ਪਾਈ ਨਹੀਂ ਗਿਆ, ਚੱਕ ਲੋ ਪਹਿਲਾ ਡਿਫਰੈਂਸ। ਹਾਂ ਮੈਨੂੰ ਪਤਾ ਕਿੱਥਾਂ ਪਾਇਆ ਗਿਆ, ਪਰ ਬਹੁਤ ਵਾਰ ਬੋਲਤਾ ਵੀ ਉਹ ਇੰਪੋਰਟਡ ਹੈ। ਦੂਜੀ ਗੱਲ, ਸਿੰਧੂ ਘਾਟੀ ਦੇ ਲੋਕ ਕਿਹੜੇ ਦਰਖਤ ਨੂੰ ਪੂਜਦੇ ਸੀਗੇ? ਪੀਪਲ ਟਰੀ ਦੀ ਵਰਸ਼ਿਪ ਕਰਦੇ ਸੀ। ਜਿਹੜੇ ਵੈਦਿਕ ਏਜ ਦੇ ਲੋਕ ਹੈ ਇਹ ਕਿਹਨੂੰ ਪੂਜਦੇ ਸੀ ਬੱਚੋ? ਇਹ ਪੂਜਦੇ ਸੀ ਆਪਣੇ ਬੋੜ ਦੇ ਦਰਖਤ ਨੂੰ, ਜਿਹਨੂੰ ਆਪਾਂ ਕੀ ਬੋਲਦੇ ਆ? ਬਨੀਅਨ ਟਰੀ ਨੂੰ ਪੂਜਦੇ ਆ। ਪੂਜਦੇ ਮਤਲਬ ਹੁੰਦਾ ਵਰਸ਼ਿਪ ਵੀ, IVC ਪੀਪਲ, ਜੇ ਪੂਰਾ ਪੁਆਇੰਟ ਪਾਉਣਾ ਵੀ ਹੈ ਨਾ ਉਹ ਲਿਖ ਕੇ ਰੱਖ ਲਓ, IVC ਪੀਪਲ ਵਰਸ਼ਿਪਡ ਪੀਪਲ ਟਰੀ, ਵਰਸ਼ਿਪਡ ਪੀਪਲ ਟਰੀ। ਇਹ ਫਿਰ ਆਪਾਂ ਨੂੰ ਕਹਿੰਦੇ ਫੇਰ ਵਿਚਾਰੇ ਨਮੋਸ਼ੀ ਮੰਨੀ ਬਾਹਲੀ ਬੇਇੱਜ਼ਤੀ ਕਰਾਈ ਜਾਂਦਾ ਮੈਂ। ਤੀਜੇ ਨੰਬਰ ਤੇ ਆਰੀਅਨਸ ਆਉਣ ਸਾਰ ਆਪਣੇ ਮੁਲਕ ਦੇ ਵਿੱਚ ਡਾਂਗੋ ਸੋਟੀ ਹੋਣ ਲੱਗ ਗਏ, ਆਪਦੀ ਸੁਪੀਰੀਅਰਿਟੀ ਨੂੰ ਲੈ ਕੇ ਵੀ ਮੈਂ ਘੈਂਟਾ, ਮੈਂ ਘੈਂਟਾ, ਮੈਂ ਘੈਂਟਾ, ਮੈਂ ਆ ਗਈ। ਪਹਿਲੀ ਗੱਲ ਤਾਂ ਕਹਿੰਦੇ ਸਿੰਧੂ ਘਾਟੀ ਦੇ ਲੋਕਾਂ ਨੂੰ ਤਾਂ ਵੈਪਨ ਹਥਿਆਰ ਬਾਰੇ ਪਤਾ ਹੀ ਨਹੀਂ ਸੀ। ਇਹਨਾਂ ਨੇ ਆਉਣ ਸਾਰ ਆ ਕੇ ਯੁੱਧ ਲਾ ਲਿਆ ਆਪਣੇ ਦੇਸ਼ ਦੇ ਵਿੱਚ। ਤੁਸੀਂ ਸੁਣਿਆ ਵੀ ਹੋਊਗਾ ਬੈਟਲ ਆਫ 10 ਕਿੰਗਸ, ਵੀ ਛੋਟੀਆਂ ਛੋਟੀਆਂ 10 ਟਰਾਈਬਸ ਲੜ ਪਈਆਂ। ਇੱਕ ਪਾਸੇ ਕਿਹੜੀ ਟਰਾਈਬ ਸੀਗੀ ਬੱਚੋ? ਇੱਕ ਪਾਸੇ ਵੱਡੀ ਪਾਵਰਫੁਲ ਟਰਾਈਬ ਸੀ ਜਿਹੜੀ ਬਣ ਗਈ ਭਾਰਤਾ ਟਰਾਈਬ, ਇੱਕ ਪਾਸੇ ਭਾਰਤਾ ਕਿੰਗ ਸੀਗੇ, ਤੇ ਕੁੱਲ ਮਿਲਾ ਕੇ ਦੂਜੇ ਪਾਸੇ ਕਿਹੜੇ ਸੀਗੇ? 10 ਰਾਜੇ। ਤਾਂ ਇਹਨੂੰ ਕੀ ਕਹਿੰਦੇ ਆ? ਬੈਟਲ ਆਫ 10 ਕਿੰਗਸ, 10 ਰਾਜਿਆਂ ਨੂੰ ਯੁੱਧ ਕਹਿ ਦਿੰਦੇ ਆ। ਉਹਦੇ ਵਿੱਚ ਭਾਰਤ ਟਰਾਈਬ ਜਿੱਤ ਗਈ ਸੀਗੀ, ਜਿੱਥੋਂ ਕਿਹਾ ਗਿਆ ਆਪਣਾ ਨਾਮ ਭਾਰਤ ਵਰਸ਼ ਪੈ ਗਿਆ। ਉਹ ਪੁਆਇੰਟ ਵੀ ਆਪਾਂ ਦੇਖ ਲਾਂਗੇ ਮਾੜਾ ਮੋਟਾ ਅੱਗੇ ਜਾ ਕੇ। ਸੋ ਕਹਿੰਦੇ ਕੋਈ ਵੀ ਸਿਮਿਲੈਰਿਟੀ ਨਹੀਂ। ਸੋ ਇੰਨੀ ਗੱਲ ਤਾਂ ਕਲੀਅਰ ਹੈ ਵੀ ਜਿਹੜੇ ਵੈਦਿਕ ਪੀਪਲ ਹੈ, ਮਤਲਬ ਜਿਹੜੇ ਆਰੀਅਨਸ ਹੈ, ਇਹ ਆਪਣੇ ਮੁਲਕ ਦੇ ਵਿੱਚ ਮਾਈਗ੍ਰੇਸ਼ਨ ਕਰਕੇ ਆਏ ਹੈ, ਕੋਈ ਸ਼ੱਕ ਵਾਲੀ ਗੱਲ ਨਹੀਂ। बट कंट्रोवर्शियल की है उसनूं मैं दस ही दिता। कंट्रोवर्शियल ये है भी आई नहीं पता भाई कित्थों आई है, बस ये सब तो वड्डी की है उलझन है अज तक दी। हुण मैं आउणा इस पॉइंट ते वापस भी वैदिक एज नूं पढ़न दे लई आपां वंडांगे दो हिस्सियां दे विच, अर्ली वैदिक एज, लेटर वैदिक एज। क्यों वंडांगे? बहुत ध्यान नाल सुनना है। जिहड़े आ 500 साल है ये कहंदे देश दुनिया मुल्क दे विच वापस कदे आ नहीं सकते, बस फाइनल है। ये केड़ा 500 साल होगा? खुशहाली वाला दौर आ बच्चों, सुपीरियरिटी। मैं कहना समाज
ਇਸ ਤੋਂ ਜ਼ਿਆਦਾ ਸਟੇਬਲ ਦੁਬਾਰੇ ਹੋ ਨਹੀਂ ਸਕਦਾ। ਤੁਸੀਂ ਸੋਚ ਨਹੀਂ ਸਕਦੇ ਵੀ ਉਹ ਦੌਰ ਹੈ ਸਾਰਾ ਮੁਲਕ ਇੱਕੋ ਹੀ ਗਰਾਊਂਡ ਲੈਵਲ ਤੇ। ਅਕਸਰ ਕਿਤਾਬਾਂ ਤੇ ਜਿਹੜੀ ਮੈਂ ਹੁਣ ਲੈਣ ਬੋਲਣ ਜਾ ਰਿਹਾ ਆ ਲਿਖੀ ਹੁੰਦੀ ਹੈ, ਰੱਟੀ ਵੇਲਣ ਮੇਰੀ ਇਹ, ਵੀ ਸਾਰਾ ਮੁਲਕ ਇੱਕੋ ਗਰਾਊਂਡ ਲੈਵਲ ਤੇ, ਕੋਈ ਜਾਤ ਨਹੀਂ, ਕੋਈ ਪਾਤ ਨਹੀਂ, ਕੋਈ ਧਰਮ ਵਿਸ਼ੇਸ਼ ਨਹੀਂ, ਕੁਛ ਨਹੀਂ। ਗਰੀਬੀ ਅਮੀਰੀ ਤਾਂ ਲੋਕਾਂ ਨੂੰ ਪਤਾ ਹੀ ਨਹੀਂ ਕੀ ਹੁੰਦੀ ਹੈ, ਪੈਸਾ ਤਾਂ ਲੋਕਾਂ ਨੂੰ ਪਤਾ ਹੀ ਨਹੀਂ ਕੀ ਹੁੰਦਾ ਹੈ, ਤੇ ਸਭ ਤੋਂ ਜ਼ਿਆਦਾ ਪਾੜ ਤਾਂ ਪਾਉਂਦੇ ਪੈਸਾ ਹੈ। ਬਸ ਇਹ ਉਹ ਦੌਰ ਹੈ, ਇੰਨਾ ਪਿਆਰਾ ਦੌਰ ਹੈ। ਬਸ ਫਿਰ ਭੁਚਾਲ ਬੱਚੋ ਕਿੱਥੇ ਆ ਜਾਣਾ ਹੈ? ਲੇਟਰ ਵੈਦਿਕ ਏਜ ਦੇ ਵਿੱਚ ਆ ਜਾਣਾ ਹੈ। ਤੇ ਵੈਦਿਕ ਕਾਲ ਦੀ ਆਪਾਂ ਨੂੰ ਨੌਲੇਜ ਕਿਤੋਂ ਮਿਲਣੀ ਹੈ? ਵੇਦਾਂ ਤੋਂ ਮਿਲਣੀ ਹੈ। ਅੱਜ ਆਪਾਂ ਚੱਕਵੇਂ ਵੇਦ, ਡੇਂਜਰ ਸਕੈਂਡ ਵੇਦ ਆਪਾਂ ਦੇਖਣੇ ਆ, ਰਿਗਵੇਦ, ਸਾਮਵੇਦ, ਯਜੁਰਵੇਦ, ਅਥਰਵ ਵੇਦ। ਸੋ ਤਾਂ ਕਰਕੇ ਨਾ ਬਹੁਤ ਕੰਪਲੈਕਸ ਕਲਾਸ ਮੰਨੀ ਜਾਂਦੀ ਹੈ। ਬਟ अर्ली वैदिक एज आप आज देखेंगे, अर्ली वैदिक एज। सो बना लो फिर हेडिंग बच्चों, क्या दौर है? सुनहरी दौर है अर्ली वैदिक एज, अर्ली वैदिक एज। हुण शुरू कर जा रहे हैं आप अज दी सही तरीके नाल क्लास। अर्ली वैदिक एज ये किहड़ा दौर है? मैं तुहानूं हुण की बोल के हटिया। पहली गल तां आपां भी समाज इक्को ग्राउंड लैवल ते है, ये आपां पता किहदे नूं देखदे आ, एक जो भी आप आगे हिस्टरी च किसी टाइम पीरियड डिफाइन करना हुंदा है तो वूमन की पोजीशन पक्का देखी जाती है। इस दौर दे विच वूमन की पोजीशन बहुत टॉप क्लास सी बच्चों। गर्ल्स वर इक्वली एजुकेटेड अलॉन्ग विद मैन। वूमेन्स हर सभा समिति दे विच पार्टिसिपेट करनगियां। वूमेन्स ईवन तुसीं कमाल मन्नोगे चाइल्ड मैरिज एबसेंट सी, सती प्रथा का कोई प्रमाण नहीं मिलिया। मतलब मैं फिर कह रहे हैं भी ये दौर दे विच किहड़ा दौर? अर्ली वैदिक दौर दे विच वूमन की पोजीशन बहुत हाई मन्नी गई है। बस इन्नी गल तुसीं याद रखनी है, ये वो दौर सीगा। चलो फिर आप देखते हैं अर्ली वैदिक एज नूं स्लैश मार के लिख लो आपां बच्चों रिग वैदिक एज भी कह दिंदे। आ जिहड़े गल्लां ज़्यादा होणगीਆਂ पर गल दिल ते लाउणी है, तुसीं दिमाग ते भी लाउणी है ते दिल ते भी लाउणी है। आम तौर पर मैं कहना हुंदा भी हिस्टरी पढ़ने वेले दिल नूं साइड ते रख दो, कला दिमाग रखो एज अ स्टूडेंट। हूँ काफ़ी गल्लां बच्चा दिल ते ला लैंदा है, बट अज दी क्लास भी दिल ते माड़ी माड़ी ला सकदे हो, गल्लां ज़्यादा होणगीਆਂ। अर्ली वैदिक एज है, इहनूं आपां रिग वैदिक एज क्यों बोल दिंदे हैं? क्योंकि इस पीरियड दे राज, इस मतलब पीरियड मतलब 1500 तो लैके 1000 BC के टाइम पीरियड दौरान ऋग्वेद लिखा गया। ऋग्वेद की है? दुनिया दा सब तो पुराना ग्रंथ है बच्चों। ग्रंथ बोले तो किसी भी धार्मिक बुक को हम क्या बोलते हैं अंग्रेजी दे विच? स्क्रिप्चर। की बोलते हैं बच्चों? आपां स्क्रिप्चर बोलते हैं। सो अपना जिवें गुरु ग्रंथ साहिब जी की है स्क्रिप्चर है, बाइबल की है स्क्रिप्चर है, कुरान की है स्क्रिप्चर है, जंड अवस्था बहुत दुनिया च डॉक्यूमेंट है, होर भी बहुत डॉक्यूमेंट है पर आप आम तौर पर ही सुनते हुन्ने। बट याद रखना है दुनिया दा सब तो पुराना स्क्रिप्चर आपां किहनूं बोलांगे? जिवें अपना गुरु ग्रंथ साहिब है, ਇਹਦੀ ओरिजिन ਆਪਾਂ ਕਿੱਥੋਂ ਮੰਨਦੇ ਆ? ਜਦੋਂ ਗੁਰੂ ਅਰਜਨ ਦੇਵ ਜੀ ਨੇ ਨਰੇਟ ਕੀਤਾ, ਭਾਈ ਗੁਰਦਾਸ ਜੀ ਨੇ ਲਿਖਿਆ। ਇਹ ਤਾਂ ਆਪਾਂ ਗੁਰੂ ਪੀਰੀਅਡ 'ਚ ਦੇਖਦੇ ਹੁੰਦੇ ਆ, ਬਟ ਇਹ ਬੱਚੋ ਸਭ ਤੋਂ ਪੁਰਾਣਾ ਹੈ। ਸੋ ਲਿਖੋ ਪਹਿਲਾ ਪੁਆਇੰਟ ਕਿਹੜਾ ਹੈ? ਲਿਖ ਕੇ ਰੱਖ ਲਓ ऋग्वेदा। ऋग्वेदा is the oldest scripture. ऋग्वेदा is the oldest scripture of the world। ये दुनिया दा सब तो पुराना स्क्रिप्चर है। तुसीं कमाल मन्नोगे ऑफलाइन दे विच जदों पढ़ाउणा हुंदा ना, बच्चा इत्थे गल पै जांदा, सर जी किहने लिखिआ है? ਉਹ ਮੂਰੇ ਹੋ ਪੁੱਛਦੇ ਆ। ਇਸ ਨੂੰ ਮੈਂ ਇੱਥੇ ਦੱਸੂਗਾ। ਇਹ ਕੰਪਾਈਲੇਸ਼ਨ ਹੁੰਦੀ ਹੈ, ਪਾਰਟਿਕੂਲਰ ਕਿਸੇ ਇੱਕ ਬੰਦੇ ਦੀ ਦੇਣ ਨਹੀਂ ਹੁੰਦੀ। ਇਹ ਬਹੁਤ ਰਿਸ਼ੀਆਂ ਵੱਲੋਂ ਕੰਪਾਈਲ ਕੀਤਾ ਗਿਆ। ਆਪਾਂ ਜਿਹੜੇ ਆਪਾਂ ਨੂੰ ਲੋੜ ਪੈਣਗੇ ਆਪਾਂ ਉਹਨੇ ਕ ਦੇਖ ਲਾਂਗੇ, ਠੀਕ ਹੈ ਨਾ। ਪਹਿਲੇ ਪੁਆਇੰਟ ਮੈਂ ਦੱਸ ਦੇਣਾ, ਤੁਹਾਡੀ ਮਜਬੂਰੀ ਤੁਸੀਂ ਵਿੱਚ ਤਾਂ ਨਹੀਂ ਬੋਲ ਸਕਦੇ, ਤੁਸੀਂ ਫਸੇ ਘਰੇ ਬੈਠੇ ਹੋ। ਚਲੋ ਦੂਜਾ ਪੁਆਇੰਟ, ਇਹਦੇ ਚ ਕੀ ਹੈ? ਸਕ੍ਰਿਪਚਰ ਹੈ ਬੱਚੋ, ਇਹ ਗ੍ਰੰਥ ਹੈ। ਇਹਦੇ ਵਿੱਚ ਪਾਏ ਜਾਣਗੇ ਆਪਣੇ ਮੰਤਰਸ, ਇਹ ਚ ਹਿਮਸ ਪਾਏ ਜਾਣਗੇ। ਜਿਹੜੀ ਆਪਾਂ ਅੱਗੇ ਸਾਰੀ ਜਾਣਕਾਰੀ ਦੇਖਣੀ ਹੈ ਵੀ ਕਿਹੜੇ ਮੰਤਰ ਕਿਹੜੇ ਗॉड ਵਾਸਤੇ ਹੈ। ਸੋ ਪਹਿਲੀ ਵਾਰ ਜਦੋਂ ਆਪਾਂ ਹਿਸਟਰੀ ਸਟਾਰਟ ਕੀਤੀ ਹੈ, ਅੱਜ ਕੀ ਦੇਖਾਂਗੇ? ਗॉड ਦੇਖਾਂਗੇ। ਅੱਜ ਆਪਾਂ ਰੱਬ ਵੀ ਦੇਖਾਂਗੇ। ਕੀ ਬਾਤ ਹੈ, ਲਿਖ ਕੇ ਰੱਖ ਲਓ। देयर आर 1028 मंत्रस, 1028 मंत्रस आ बच्चों, 1028 मंत्रस। सब तो बड़ी गल की है, ये 1028 मंत्रस अगे डिवाइड किए गए है, मतलब ऑर्गेनाइज किए गए है
10 ਕਿਤਾਬਾਂ ਦੇ ਵਿੱਚ, ਕਿਤਾਬਾਂ ਬੋਲੇ ਤੋਂ ਬੁੱਕਸ ਦੇ ਵਿੱਚ, ਜਿਹਨੂੰ ਆਪਾਂ ਕੀ ਬੋਲਦੇ ਆ ਮੰਡਲਸ, ਜਿਹਨੂੰ ਬੱਚਾ ਆਪਾਂ ਕੀ ਬੋਲਦੇ ਆ ਮੰਡਲਸ। ਜਾਂ ਨਾਲ ਲਿਖੀ ਲਓ देयर आर 1028 मंत्रस कॉमा ऑर्गेनाइज्ड इनटू 10 बुक्स। 10 किताबां दे विच इनू ऑर्गेनाइज किया गया, ऑर्गेनाइज्ड इनटू 10 बुक्स कॉल्ड मंडल्स। मैं तुहानू तां करके पहला की दसदा भी ਇਹਦਾ मतलब किताबां हुंदा है, जे पहले मंडल लिखा हुंदा ਤੁਹਾਡੇ दिमाग 'ਚ कोई होर ख्याल आ जांदे, क्योंकि जिहो जिहा मैनूं पता तुसीं आपदा माल पत्ता छकदे हो, ਤੁਹਾਡੇ दिमाग 'ਚ फिर ਉਹ ਜਿਹਾ कुछ आउणे सीगे, ਉਹ मंडल नहीं हैगे। ਇੱਥੇ मंडल ਦਾ मतलब बच्चों किताबां हुंदियां। हाँ ਆਪਾਂ ਅੱਗੇ देखने है, पहली गल ਜਿਹੜੇ 10 मंडल है ये कोई ऐ नहीं भी किताबां ਇਹ सीक्वेंस वाइज लिखियां गईयां ना, ਇਹ ਵੱਖ-ਵੱਖ ਸਮੇਂ ਤੇ ਵੱਖ-ਵੱਖ ਰਿਸ਼ੀਆਂ ਵੱਲੋਂ ਕੰਪਾਈਲ ਕੀਤੀ ਗਈ ਰਚਨਾ है। बस देख के रख लो these मंडल्स, कला कला पॉइंट कीमती है। हले हुण तां बार बार आखी है ना, मैं सब तो टफ टॉपिक कर रहे हैं आपां, इदों बाद तां धर्म ते राजे स्टार्ट आ, बस सुनहरी युग स्टार्ट हो जाऊगा। these मंडल्स were not written in sequence, these मंडल्स were not written in sequence, these मंडल्स were not written in sequence। थोड़े दिमाग फिर आऊगा कि सर सानू की पता है पहला किहड़ी किताब कंपाइल की गई है, इस नूं मैं दसदा। देख लो पहला तो ओल्डेस्ट भी सब तो पहला किहड़ियां किताबां ऋग्वेदा दीयां, सब तो पुराने मंडल किहड़े है, ओल्डेस्ट किहड़ियां है तां आपां टिक लावांगे 2 to 7। ये प्रॉपर काउंटिंग याद रखनी है। 2 to 7 मंडल्स नूं आपां फैमिली बुक्स भी कह दिंदे हैं। बेसिकली जिहड़ी उस समय दी ऋग्वैदिक सोसाइटी है ਉਹਦਾ ਵਰਣਨ, ਉਹ ਸਮਾਜ ਕਿਵੇਂ ਸੀ, ਕੀ ਕਰਦੇ ਹੈ, ਉਹ ਪਸ਼ੂ ਚਰਾਉਂਦੇ ਹੈ, ਉੱਥੇ ਸੁਸਾਇਟੀ ਕਿਵੇਂ ਰਹਿੰਦੀ ਹੈ, ਉੱਥੇ ਪੋਲੀਟੀਕਲ ਲਾਈਫ ਕੀ ਚੀਜ਼ ਹੈ, ਇਹ ਕੋਈ ਰਾਜਾ ਨਾਮ ਦੀ ਚੀਜ਼ ਸੀਗੀ, ਉਹ ਜੇ ਸੀਗੀ ਵੀ ਉਹਨੂੰ ਕੌਣ ਚੁਣਦਾ, ਜੇ ਸਾਰਾ ਕੁਝ ਮਿਲੂਗਾ ਆਪਾਂ ਨੂੰ ਰਿਗਵੇਦਾ ਦੇ ਇਹਨਾਂ ਕਿਤਾਬਾਂ ਦੇ ਵਿੱਚੋਂ। 2 to 7 ਫੈਮਿਲੀ ਬੁੱਕਸ, ਇਹ ਮਤਲਬ ਓਲਡੈਸਟ ਹੈ। ਤੇ ਨਿਊਐਸਟ ਕਿਹੜੀ ਹੈ, ਬਸ ਦੇਖ ਲਓ ਨਿਊਐਸਟ ਕਿਹੜੀ ਹੈ, 1st and 9th ਮੰਡਲ, ਇਹ ਆਪਣਾ ਬੱਚੋ ਨਿਊਐਸਟ ਹੈ। ਜਿਹੜਾ ਬਚ ਗਿਆ ਆਪਣਾ 10ਵਾਂ, ਉਹਨੂੰ ਵਿਚਾਰਿਆਂ ਨੂੰ ਵਿਚਾਲੇ ਜੇ ਲਿਖਿਆ ਗਿਆ ਸੀਗਾ। 1 to 9 ਕੀ ਹੈ ਆਪਣਾ लेटेस्ट एडिशन है। 1 to 9 बच्चों लेटेस्ट एडिशन है, लेटेस्ट मतलब न्यूएस्ट लिखता मैं, लेटेस्ट एडिशन पा सकते हो। ओल्डेस्ट अपना 2 to 7 है, ये अपना फैमिली बुक्स है। फिर आप देखना जो ऋग्वेदा है, ऋग्वेदा दे विच सब तो वध जिक्र, वैसे आप मंडल्स की गल भी करनी है, किताबां की गल हजे आप करांगे, हले सही टाइम नहीं हैगा इसमें मैं किताबां डिस्क्राइब इत्थे करन लग जा। हाँ आप कर सकते हैं तीजा मंडल अज करांगे आप, 9वां मंडल, 10वां मंडल, ये मंडल स्कीम कीमती है अज की क्लास के अकॉर्डिंग। पर आ पॉइंट लिख के रख लो कि सब तो वध जिक्र अपने ऋग्वेदा दे विच पुछणगे किहड़ी नदी दा होया है, सुखना सिंधु घाटी पढ़ के हटे हैं, कोई डाउट नहीं होना चाहिए। हाँ कि ऑप्शन दे के गंगा ना भड़का दिओ, समझे मेरी गल। सारे ऋग्वेदा दे विच गंगा दा जिक्र एक बार होया, यमुना दा रिवर 3 बार होया, सब तो पवित्र नदी सरस्वती है, सब तो वध जिक्र होया सिंधु दा। ये सारे पेपरां दे पॉइंट है पर अपन लिख लईए, एक बार लिख के रख लो। द मोस्ट मेंशनड रिवर, सब तो वध केड़ी रिवर दा जिक्र होया है, द मोस्ट मेंशनड रिवर इन ऋग्वेदा, द मोस्ट मेंशनड रिवर इन ऋग्वेदा। वो बच्चों कौन सी है, तां आपां टिक लावांगे सिंधु, आपां टिक लावांगे बच्चों सिंधु। ते लिखणगे आपां नूं पुछणगे मोस्ट होली रिवर, भी सब तो ज्यादा केड़ी रिवर पवित्र मन्नी गई है। पवित्र समझ रहे हो भी किसी भी मतलब आप कह दीए भी तुसीं मंत्र का उच्चारण करना है तो तुसीं सरस्वती के कंढे ते जाके करो, तुहानूं पक्का कामयाबी मिलूगी। ऐं कह लो सब तो पवित्र नदी है, मोस्ट होली रिवर इन ऋग्वेदा, ऋग्वेदा दे विच सब तो पवित्र नदी का दर्जा मिलिया भाई सरस्वती नूं। ये पक्का सरस्वती है, कितना समझो वो लोधल वाला पॉइंट है कि सर ने साबरमती दान ते फिर किते गलत ना लिखता हो। फिर जो पुछण दसता भी गंगा रिवर का जिक्र की है, एक बार होया,
यमुना का रिवर 3 बार होया, असं लिखण की लोड़ नहीं हैगी क्योंकि हिस्टरी बहुत पढ़नी है हजे आपां ਇਹੋ ਜਿਹੇ ਨਿੱਕੇ ਸੁੱਕੇ ਜਿਹੇ ਪੌਇੰਟ ਦਿਖਣ ਲੱਗੇ ਫਿਰ ਤਾਂ ਨਵੇੜੀ ਖੜੇ ਆ ਲੋੜ ਨਹੀਂ ਆਪਾਂ ਨੂੰ ਪਹਿਲਾਂ ਆਪਾਂ ਰੈਲੀਵੈਂਸੀ ਦੀ ਗੱਲ ਕਰਨੀ ਹੈ ਪੇਪਰ ਦੇ ਅਕੋਰਡਿੰਗ ਫਿਰ ਸਭ ਤੋਂ ਵੱਡੀ ਬੱਚੋ ਗੱਲ ਹੁੰਦੀ ਹੈ ਰਿਗ ਵੇਦਾ ਦੇ ਮੰਡਲਸ ਦੀ ਪਹਿਲੀ ਗੱਲ ਤਾਂ ਜੋ ਤੀਜਾ ਮੰਡਲ ਹੈ ਰਿਗ ਵੇਦਾ ਦਾ ਉਹ ਇੰਨਾ ਕੁ ਜ਼ਿਆਦਾ ਪਪੂਲਰ ਹੈ ਇੰਨਾ ਕੁ ਜ਼ਿਆਦਾ ਸਿੱਧਾ ਆਪਾਂ ਕਹਿ ਸਕਦੇ ਵੀ ਹਿੱਟ ਹੈ ਇਹਦੀ ਤੁਹਾਨੂੰ ਮੈਂ ਪੂਰੀ ਫੁੱਲ ਡਿਸਕ੍ਰਿਪਸ਼ਨ ਅੱਗੇ ਜਾ ਕੇ ਕਰੂੰਗਾ ਪਤਾ ਕੀ ਹੈ ਅੱਜ अपना मुल्क फॉलो कर रहा है सारा देश दुनिया अपनी फॉलो करन लाती ਆਪਾਂ इवन ਪਿੱਛੇ मैं एक वीडियो देखी है अमेरिका ਦੇ ਵਿੱਚ ਵੀ ਕਰੀ ਜਾਂਦੇ ਸੀ ਆਪਣੇ ਵਾਲੇ ਉੱਥੇ ਨੂੰ ਪਤਾ ਆਪਣੇ ਵਾਲੀ ਹੈ ਆਪਣੇ ਬਥੇਰੇ ਖਬਰਾਂ ਆਉਣ ਲੱਗ ਗਈਆਂ ਕੈਨੇਡਾ ਚ ਤਾਂ ਆਪਣੇ ਬੱਚੇ ਉੱਥੇ ਪਤਾ ਹੀ ਨਹੀਂ ਕੀ ਕੁਛ ਆ ਗਏ ਇੱਕ ਥਾਂ ਤੇ ਮਤਲਬ ਇੱਕ ਸਕਿੱਟ ਜੀ ਪਾਈ ਗਈ ਸੀ ਉੱਥੇ ਪੁੱਛਾਂ ਦੇਈ ਜਾਂਦੀ ਹੈ ਕੈਨੇਡਾ ਚ ਆਹ ਮਤਲਬ ਕਲਚਰ ਤਾਂ ਆਪਾਂ ਸਾਰੇ ਕਿਤੇ ਆਪਦਾ ਸਟੈਬਲਿਸ਼ ਕਰ ਹੀ ਦੇਣਾ ਹੈ ਮੇਰੇ ਕਹਿਣ ਦਾ ਮਤਲਬ ਇਹ ਹੈ ਬੱਚੋ ਮੁੱਦੇ ਤੇ ਆਵਾਂ ਤੀਜੇ ਮੰਡਲ ਦੇ ਵਿੱਚੋਂ ਰਿਗਵੇਦਾ ਦੇ ਆਪਾਂ ਲਿਆ ਗਾਇਤਰੀ ਮੰਤਰ ਆਪਾਂ ਕੀ ਲਿਆ ਗਾਇਤਰੀ ਮੰਤਰ ਜਿਹਦਾ ਕਿ ਆਪਣਾ ਮੁਲਕ ਅੱਜ ਡਿਸਰਿਗਾਰਡ ਕਰਦਾ ਬਹੁਤ ਜ਼ਿਆਦਾ ਡਿਸਰਿਗਾਰਡ ਮਤਲਬ ਆਪਾਂ ਪਰੰਪਰਾਵਾਂ ਫੋਲੋ ਘੱਟ ਕਰਦੇ ਹਾਂ ਜਲੂਸ ਜ਼ਿਆਦਾ ਕੱਢਦੇ ਹਾਂ ਪਿਓਰ ਪੰਜਾਬੀ ਚ ਆਪਾਂ ਐਂ ਕਹਿ ਸਕਦੇ ਹਾਂ ਆਪਾਂ ਨੂੰ ਇਹ ਨਹੀਂ ਪਤਾ ਵੀ ਇਹ ਸਹੀ ਜਿਹੜੀ ਪ੍ਰਕਿਰਿਆ ਹੈ ਇਹ ਕਿੱਥੇ ਖੜ ਕੇ ਕਰਨੀ ਚਾਹੀਦੀ ਹੈ ਕਦੋਂ ਕਰਨੀ ਚਾਹੀਦੀ ਹੈ ਕਿੰਨੇ ਵਜੇ ਕਰਨੀ ਚਾਹੀਦੀ ਹੈ ਉਸ ਨੂੰ ਪਤਾ ਰੀਤੀ ਰਿਵਾਜ ਤਾਂ ਆਪਾਂ ਆਪ ਹੀ ਬਣਾ ਰੱਖੇ ਅੱਜ ਕੱਲ ਤਾਂ ਮੈਂ ਕਹਿੰਦਾ ਵਿਆਹਾਂ ਦਾ ਆਪਾਂ ਸਵੇਰੇ ਤੁਹਾਨੂੰ ਸੁਣਦੇ ਹੋਵੋਗੇ ਤੁਸੀਂ ਅਕਸਰ ਰੀਤੀ ਰਿਵਾਜ ਤਾਂ ਸਪੋਕਸਮੈਨ ਅਖਬਾਰ ਤੇ ਹੁਣੀ ਆ ਕੇ ਹਟਿਆ ਇਸੇ ਮਹੀਨੇ ਆ ਕੇ ਹਟਿਆ ਕਿਉਂਕਿ ਵਿਆਹਾਂ ਦੌਰ ਚੱਲੀ ਜਾਂਦਾ ਉਹ ਕਹਿੰਦੇ ਜੀ ਵਿਆਹਾਂ ਦਾ ਐਡਾ ਜਲੂਸ ਕੱਢਿਆ ਪਿਆ ਹੈ ਆਨੰਦ ਕਾਰਜ ਦਾ ਟਾਈਮ ਕਹਿੰਦੇ ਆਪਣੇ ਮਤਲਬ ਗ੍ਰੰਥ ਦੇ ਅਕੋਰਡਿੰਗ अर्ਲੀ ਮਾਰਨਿੰਗ ਦਾ ਹੁੰਦਾ ਹੈ ਤੇ ਲੋਕ 2 ਵਜਾਈ ਜਾਂਦੇ ਆ 12 ਵਜਾਈ ਜਾਂਦੇ ਡਿਸਰਿਗਾਰਡ ਇਹ ਵੀ ਡਿਸਰਿਗਾਰਡ ਹੀ ਹੈ ਇਹਨੂੰ ਵੀ ਆਪਾਂ ਪਰੰਪਰਾ ਦੇ ਅਕੋਰਡਿੰਗ ਡਿਸਰਿਗਾਰਡ ਕਹਿ ਸਕਦਾ ਅਸੀਂ ਆਪਣਾ ਗਾਇਤਰੀ ਮੰਤਰ ਹੈ ਇਹਦੀ ਚਰਚਾ ਆਪਾਂ ਅੱਗੇ ਜਾ ਕੇ ਕਰਾਂਗੇ ਬਟ ਤੁਸੀਂ ਐਜ਼ ਅ ਸਟੂਡੈਂਟ ਯਾਦ ਰੱਖਣਾ ਬੱਚੋ ਤੀਜੇ ਮੰਡਲ ਚੋਂ ਰਿਹਾ ਫਰੋਮ ਥਰਡ ਮੰਡਲ ਕੌਮਾ ਆਵਰ गायत्री मंत्र अपना गायत्री मंत्र लिया गया बच्चों ये चीज आप याद रखनी है ਜਿਹੜਾ ਕਿ ਸਵੇਰੇ ਤੁਸੀਂ ਅਕਸਰ ਦੇਖਿਆ ਹੋਊਗਾ ਵੀ ਲੋਕ ਘਰਾਂ ਦੀਆਂ ਛੱਤਾਂ ਤੇ ਖੜੇ ਇੱਕ ਆਲੀਸ਼ਾਨ ਭਾਂਡੇ ਦੇ ਵਿੱਚ ਸੂਰਿਆ ਨਮਸਕਾਰ ਕਰ ਰਹੇ ਹੁੰਦੇ ਆ ਬਿਕੋਜ਼ ਗਾਇਤਰੀ ਮੰਤਰ ਕੀ ਹੈ ਡੈਡੀਕੇਟਡ ਟੂ ਸਨ ਗॉड ਸਾਵਿਤਰੀ ਇਹਦੀ ਰਚਨਾ ਕਿਹਨੇ ਕੀਤੀ ਸੀ ਗਾਇਤਰੀ ਮੰਤਰ ਦੀ ਪਤਾ ਤੁਹਾਨੂੰ ਵਿਸ਼ਵਾਮਿੱਤਰ ਨੇ ਇਹ ਵਿੱਚ ਅੱਗੇ ਪੜ੍ਹਨਾ ਆਪਾਂ ਵਿਸ਼ਵਾਮਿੱਤਰ ਤੇ ਵਸ਼ਿਸ਼ਟ ਇਹ ਦੋ ਪੁਜਾਰੀ ਬਾਲੇ ਕੱਟੜ ਮੰਨੇ ਗਏ ਹੈ मतलब दोनों एक दूसरे विरोधी मन्ने गए है इन्ना करके दा बैटल ऑफ 10 किंग हो गई सीगी एडे कैंट बंदे है फ्रॉम थर्ड मंडल अवर गायत्री मंत्र इज टेकन comma dedicated to sun god जिसको हम बोलते हैं बच्चों सावित्री ਆਪਾਂ ਹੁਣ ਸਾਰੇ ਗॉड्स ਦੀ ਗੱਲ ਹੀ ਕਰਨੀ ਹੈ ਬੇਚਿੰਤ ਹੋ ਜਾਓ ਆਪਾਂ ਰਿਗ ਵੇਦਾ ਚ ਹੀ ਦੇਖਣਾ ਵੀ ਕਿਹੜੇ ਕਿਹੜੇ ਗॉड ਨੂੰ ਮੰਨਦੇ ਆ ਉਹਦੇ ਕਿਹੜੇ ਕਿਹੜੇ ਗॉड ਪਾਏ ਗਏ ਡੈਡੀਕੇਟ ਸਨ ਗॉड ਸਾਵਿਤਰੀ ਹਾਂ ਇਹ ਵੀ ਲਿਖ ਕੇ ਰੱਖ ਲਓ ਵੀ ਗਾਇਤਰੀ ਮੰਤਰ ਦੀ ਰਚਨਾ ਕਿੰਨਾ ਵੱਲੋਂ ਕੀਤੀ ਗਈ ਹੈ ਤਾਂ ਆਪਾਂ ਟਿਕ ਲਾਵਾਂਗੇ ਵਿਸ਼ਵਾਮਿੱਤਰ ਵੱਲੋਂ ਰਚਨਾ ਕੀਤੀ ਗਈ ਹੈ ਗਾਇਤਰੀ ਮੰਤਰ ਦੀ ਜਾਂ ਪਹਿਲਾਂ ਆਪਾਂ ਐਂ ਕਰਦੇ ਹਾਂ ਚਲੋ ਐ ਕੰਮ ਮੁੱਲ ਜੂਗਾ पहले आप गॉड्स की गल ही करते हैं इंद्र अग्नि वरुण दयूस क्या बात है डर गए आज तुहानू गॉड दिखावांगे गॉड क्योंकि दुनिया दे विच जो भी नैचुरल फिनोमिने हुंदे सीगे ना जिवें सूरज निकलिया आ ਉਹਨੂੰ ਇਹ ਆਪਦਾ ਗॉड ਮੰਨਦੇ ਆ ਮੀਂਹ ਪੈਣ ਲੱਗ ਗਿਆ ਬਿਜਲੀ ਚਮਕ ਰਹੀ ਹੈ ਥੰਡਰ ਸਟਾਰਮ ਉਹਨੂੰ ਇਹ ਆਪਦਾ ਗॉड ਮੰਨਦੇ ਆ फायर ਨੂੰ ਆਪਦਾ गॉड ਮੰਨਦੇ ਆ मतलब गॉड भी सारे नैचुरल है कोई वहम भरम वाली नहीं आप कह सकते बट मैं तुहानू की कहा हले आप अर्ली वैदिक पीरियड पढ़ रहे हैं अगे देखो जलवा कि किहड़े हिसाब नाल भांबड़ उठदे है ते किहड़े हिसाब नाल समाज हिलदा है ते पट्टिया जांदा है अज तक भी पट्टे पे हैं लिख के रख लो हैडिंग बना के इंपॉर्टेंट गॉड्स early Vedic age important gods of early Vedic age लो भी सब तो पहले नंबर ते फिर आ रहा है गॉड ऑफ वॉर लड़ाई वाला नहीं समझा तुम दसदा भी मैं
क्यों कहे? इंद्र। इंद्र को हम क्या बोलते हैं? रेन गॉड। पहली गल तो लोग डरते भी बहुत सी, क्योंकि सारिਆਂ ਨਾਲੋਂ ਵੱਧ 1028 ਦੇ ਵਿੱਚੋਂ ਸਾਰਿਆਂ ਨਾਲੋਂ ਵੱਧ ਸ਼ਲੋਕ ਹਿਮਸ ਕਿਹੜੇ ਦੇਵਤਾ ਤੇ ਸੀ? ਤਾਂ ਆਪਾਂ ਟਿਕ ਲਾਵਾਂਗੇ ਇੰਦਰ ਦੇਵਤਾ, ਜਿਹਨੂੰ ਬੋਲਦੇ ਆ ਬੱਚੋ ਆਪਾਂ ਰੇਨ ਗॉड। ਮਤਲਬ ਇਹਨੂੰ ਕਿਹਾ ਤਾਂ ਕੀ ਕਹਿੰਦੇ? ਕਹਿੰਦੇ ਲੜਾਈ ਦੇ ਵਿੱਚ ਜਾਣ ਤੋਂ ਪਹਿਲਾਂ, ਲੜਾਈ ਦੇ ਵਿੱਚ ਜਾਣ ਤੋਂ ਪਹਿਲਾਂ ਕਹਿੰਦੇ ਇੰਦਰ ਦੇਵਤਾ ਦੀ ਪੂਜਾ ਕਰੀ ਜਾਂਦੀ ਸੀ ਕਿ ਸ਼ਕਤੀ ਦੇਈ, ਵੀ ਜਿਸ ਤਰੀਕੇ ਨਾਲ ਤੂੰ ਦਹਾੜਦਾ ਨਾ ਉਸੇ ਤਰੀਕੇ ਨਾਲ ਜੰਗ ਵਾਲੇ ਮੈਦਾਨ 'ਚ ਆ ਕੇ ਮੈਂ ਦਹਾੜਨਾ। ਇਹਨੂੰ ਕਹਿੰਦੇ ਆ ਇੰਦਰ। ਇਸ ਨੂੰ ਗੱਲਾਂ ਨਾ ਅੱਜ ਵੀ ਲੱਗਦੀਆਂ ਬੇਫਾਲਤੂ ਸਰ ਕਰਾਈ ਕੀ ਜਾਂਦੇ ਆ। ਤੁਹਾਨੂੰ ਹਲੇ ਅੱਗੇ ਜਾ ਕੇ ਕਲਾਸੀਫਿਕੇਸ਼ਨ ਆਫ ਗॉड, ਕਿ ਕਿਹੜਾ ਗॉड अर्ਲੀ ਪੀਰੀਅਡ ਦਾ, ਕਿਹੜਾ ਗॉड ਲੇਟਰ ਵੈਦਿਕ ਪੀਰੀਅਡ ਦਾ, ਕਿ ਫਿਰ ਗਾਹਾਂ ਆਪਾਂ ਬੁੱਧ ਧਰਮ ਤੇ ਜੈਨ ਧਰਮ ਵੀ ਹਜੇ ਦੇਖਣਾ। ਉਹ ਤਾਂ ਬੜੀ ਲਾਜਵਾਬ ਚੀਜ਼ ਹੈ, ਹਲੇ ਆਪਣੀ ਟਫ ਚੀਜ਼ ਚੱਲੀ ਜਾਂਦੀ ਹੈ। ਤੇ ਕੁੱਲ ਮਿਲਾ ਕੇ ਇਹਨੂੰ ਆਪਾਂ ਗॉड ਆਫ ਵਾਰ ਵੀ ਕਹਿ ਦਿੰਦੇ ਆ ਬੱਚਿਓ, ਗॉड ਆਫ ਵਾਰ ਕਹਿ ਦਿੰਦੇ ਆ, ਵਾਰ। ਤਾਂ ਇਹਨੂੰ ਆਪਾਂ ਪੁਰੰਦਰ ਵੀ ਕਹਿ ਦਿੰਦੇ ਆ, ਪੁਰੰਦਰ ਵੀ ਡਿਸਟਰੋਇਰ, ਵੀ ਨਾਸ ਕਰਨਾ ਦੁਸ਼ਮਣਾਂ ਦਾ, ਇਤਨੀ ਸ਼ਕਤੀ ਹੀ ਮੁਝੇ ਦੇ ਨਾ ਦਾਤਾ। इंद्र इंद्र इंद्र। फिर बच्चों अपना आ गया अग्नि। अग्नि की हुंदा है? अग्नि हो गया बच्चों फायर गॉड। अक्सर तुसी देखा होगा हवन करेंगे हवन करेंगे, कितना फेमस होया सी गाना बाग मिल्खा बाग तो बाद, है ना? हवन अक्सर असी मैं इत्थे लाइव भी देखा होया। अपने इत्थे बिल्डिंग्स बहुत ने जीत रोड ते, आईलेट्स उलट्स का बहुत कराउंदे ने इत्थे, मतलब बड़े बड़े ब्रांडां दियां जां बड़े बड़े गुरे मैटर फलाना टच स्टोन बड़े 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 इत्थे मैटर ने, भी बस भी चक दो फट्टे सारा इत्थे यूथ बाहर कड्ढना आपां। जो ग्रे मैटर वालियां दी बिल्डिंग पैंदी सी इत्थे, पूरी धुंदां पैंदियां सी, ते पंडित सवेरे सवेरे आया सी, जो उन्होंने मतलब नींह पत्थर रखिया आपदा, मतलब बिल्डिंग कंस्ट्रक्ट करनी स्टार्ट ही कीती सी, हजे पंडित आया सी, वो हवन कर रहा सी। मैं पहली बार देखा लाइव, ते जिहड़ा बंदा करवा रहा है ना वो सामने ही बैठा सीगा। ਤੇ ਮੈਂ ਬਾਅਦ ਚ ਪੁੱਛਿਆ ਵੀ, ਮੈਂ ਕਿਹਾ ਉਹ, ਮੈਂ ਕਿਹਾ ਗ੍ਰੇ ਮੈਟਰ ਵਾਲਾ ਮਾਲਕ, ਮੈਂ ਕਿਹਾ ਇਹੀ ਹੈ? ਮੈਂ ਬੜਾ ਯਾਰ ਬੜੀ ਧੁੰਦ ਬੈਠਾ। ਉਹ ਕਹਿੰਦੇ ਜ਼ਰੂਰੀ ਹੈ, ਕਿਉਂਕਿ ਆਪਾਂ ਨੂੰ ਰੀਤੀ ਰਿਵਾਜਾਂ ਦਾ ਨਹੀਂ ਪਤਾ ਸੀ, ਮੈਂ ਤਾਂ ਉਹਦੀ ਜਾਣਕਾਰੀ ਪ੍ਰਾਪਤ ਕੀਤੀ। ਉਹ ਕਹਿੰਦੇ ਨੂੰ ਮੂਹਰੇ ਬੈਠਣਾ ਜ਼ਰੂਰੀ ਹੈ, ਕਹਿੰਦੇ ਫੇਰ ਹੀ ਪੰਡਤ ਜਿਹੜੀ ਅੱਗ, ਉਹ ਕਹਿੰਦੇ ਉਹ ਦੇਖੋ, ਕਹਿੰਦੇ ਹਾਂ ਉਹ ਅੱਗ ਕੀ ਹੈ? ਉਹ ਮਤਲਬ ਦੇ ਕੋਈ ਮਤਲਬ ਨਾਲ ਲੈ ਕੇ ਆਇਆ ਸੀ, ਜਿਹਦੇ ਨਾਲ ਮਤਲਬ ਐ ਪੂਰੇ ਭਾਂਬੜ ਕੱਢੀ ਤੁਰੀ ਜਾਂਦਾ ਤੇ ਆਪਦੇ ਮੰਤਰਾਂ ਦਾ ਉਚਾਰਨ ਕਰੀ ਜਾਂਦਾ। ਉਹ ਕਹਿੰਦੇ ਸਾਹਮਣਾ ਬੈਠਣਾ, ਕਿਉਂਕਿ ਜਿਹੜੀ ਅੱਗ ਹੈ ਉਹ ਅੱਗ ਜੇ ਬੁਝ ਗਈ ਬਸ ਫਿਰ पंडित बुझ सकता है। गल याद रखनी है, क्योंकि वो अग ते तां पूरा जोर पा के रखता भी किते अग ना बुझे। क्योंकि कहा जाता है, देखो हर धर्म दे विच आपो अपनी की आस्था जुड़ी हुंदी है। वो कहा जाता है भी जिहड़ी वो अग निकलदी है वो सामने बैठे बंदे दा फिर कहंदे रब नाल मिलाप कराउंदी है। ये मैनूं इत्थे एक नाल एक दुकान है, उहदे नाल करियाना स्टोर है, वो दस्सी जांदा सी। मैं किहा यार अच्छा चीज़ हुंदी है, मैं किहा लाइव प्रैक्टिकल, मैं किहा लाइव भी देख लिया, क्या बात ही होगी। फिर मैं घर आके मैं पढ़दा भी हुन्ना अग्नि, मैं कहा तां कह दिंदी है भी अग्नि की है, ये लिंकेज है बिटवीन मैन एंड गॉड। सो अग्नि की है बच्चों, क्या बात है। अग्नि क्या है? ये गॉड अपने अर्ली वैदिक एज दे, लिख के रख लो ही है। अब ये सवाल बनने मैन गॉड है कि फीमेल गॉड है, ये सवाल भी बन गए। ही एक्ट एज इंटरमीडियरी, ये इंटरमीडियरी है। He act as intermediary between men and God। अग्नि मतलब सारे इन्होंने गॉड की है, नेचुरली है, सारे इन्होंने गॉड हले की चल रहे हैं। इंद्र है, अग्नि है, वरुण है। वरुण तो जमी एंड है, मैं कहना उदू धाकड़ कोई गॉड ही नहीं यार, काम ही निबड़ गया। आ तो काम मतलब सिंपल की है, तो मैसेंजर सी है, मैसेंजर। अग्नि आप की बोल सकते हैं, तो मैसेंजर है। ये तो मतलब एक लिंक स्टैबलिश कर रहे हैं ਉਹਦੇ ਉੱਤੇ ਦੇ ਹੈਵਨਲੀ ਬੋਡੀਜ਼ ਦੇ ਨਾਲ, ਕੋਈ ਉੱਪਰ ਗੁਰੂ ਹੈ ਜਿਹਦੇ ਨਾਲ ਫਿਰ ਇਹ ਮਿਲਾਪ ਕਰਵਾ ਰਿਹਾ ਹੈ ਵੀ ਸ਼ਕਤੀ ਦੇ। ਇੰਦਰ ਹੈ, ਅਗਨੀ ਹੈ ਤੇ ਵਰੁਣ, ਇਹ ਚਾਰੇ ਤਿੰਨੇ ਕੀ ਹੈ? अर्ली वैदिक एज दे गॉड्स। ये गल आपां याद रखनी। वरुण दो उत्ते दुनिया ते कोई नहीं। चक बई ओए, लिखता फिर मैं एथिकली हाईएस्ट। बस कहंदे एंड है, कहंदे जिहड़ी इह दिन तो बाद रात आउंदी है ते रात तो बाद दिन आउंदी है, बंदे ने कदों मरना कदों जमना ओदी मर्जी तो बिना कहंदे पत्ता भी नहीं हिलदा। ਉਹ मतलब अर्ली वैदिक एज दे विच ये नाम किनू मिले है? वरुण नू मिले है बच्चों। वरुण की है? इनू वाटर गॉड भी कहते हैं, वाटर गॉड।
बट तुसीं क्या रखना है, कहते जो कुछ भी वरुण चाहुंदा है दुनिया ते ओही हुंदा है। तो मैं लिखा देना, खड़ जाओ, लेके रख लो। कहते जी वट एवर हैपेंड इन दिस वर्ल्ड, जो कुछ भी दुनिया च होगा, वट एवर हैपेंड इन दिस वर्ल्ड, वट एवर हैपेंड इन दिस वर्ल्ड is thought to be the reflections, to be the reflections, to be the reflections of his desire। ਕਹਿੰਦੇ ਜੋ ਕੁਛ ਵੀ ਇਹ ਚਾਹੁੰਦਾ ਹੈ ਦੁਨੀਆ ਤੇ ਉਹੀ ਹੁੰਦਾ ਹੈ। ਆ ਦੇਖੋ whatever happened in this world is thought to be the reflection of his desire। ਕਹਿੰਦੇ ਕੀ ਬਾਤ ਆਈ ਹੈ। ਤਾਂ ਮੈਂ ਤੁਹਾਨੂੰ ਕੀ ਪਾਇਆ ਵੀ ਇਦੂ ਉੱਤੇ ਕੋਈ ਨਹੀਂ। ਇੱਕ ਹੋਰ ਦੇਖ ਲਓ, ਇੱਥੇ ਲਿਖ ਦਿੰਦਾ ਯਾਰ, ਕਾਹਨੂੰ ਇੰਨੇ ਪੇਜ ਖਰਾਬ ਕਰਨੇ ਆ। ਉਹ ਕਿਹੜਾ ਹੈ, ਚੌਥਾ ABCD, ਚੌਥਾ ਬੱਚਾ ਆਪਣਾ ਹੈਗਾ ਦਯੂਸ। ਚੌਥਾ ਕੌਣ ਹੈ, ਦਯੂਸ। ਦਯੂਸ ਕੀ ਹੈ, ਇਹ ਕਹਿੰਦੇ ਸਭ ਤੋਂ ओल्डेस्ट गॉड ਸੀਗਾ बस, ਤਾਂ हम ਇੱਥੇ लिखा रहे हैं दयूस की है बच्चों, ओल्डेस्ट गॉड। इसको कहा जाता सी फादर ऑफ द वर्ल्ड, फादर ऑफ द वर्ल्ड, फादर ऑफ द वर्ल्ड। सो ये पॉइंट बच्चों आप रखने हैं याद। ये चार गॉड्स की आप गल करिए, इंद्र अग्नि वरुण, इंद्र अग्नि वरुण, चौथे नंबर ते दयूस। लो भी ਹੁਣ ਆਪਾਂ ਫੇਰ ਮੇਨ ਪੁਆਇੰਟ ਤੇ ਆਉਣੇ ਆ। अर्ਲੀ ਵੈਦਿਕ ਏਜ ਨੂੰ ਮੈਂ ਲੇਟਰ ਵੈਦਿਕ ਏਜ ਨੇ ਕਿਉਂ ਵੰਡਿਆ ਸੀ ਵੀ ਇਹ ਦੌਰ ਬਹੁਤ ਘੈਂਟ ਮੰਨਿਆ ਗਿਆ। ਇੱਥੇ ਸਮਾਜ ਇੱਕੋ ਗਰਾਊਂਡ ਲੈਵਲ ਤੇ ਗਰੀਬੀ ਅਮੀਰੀ ਨਹੀਂ ਹੈਗੀ, ਬਟ ਕੀ ਇੱਥੇ ਫਿਰ ਸਾਰੇ ਲੋਕ ਇੱਕੋ ਜਿਹੇ ਪਾਏ ਗਏ ਹੈ। ਸਾਰਾ ਚਾਈਨੀਜ਼ ਮਾਲ ਥੋੜੀ ਸੀਗਾ ਇਹ, ਸਭ ਦੀਆਂ ਸ਼ਕਲਾਂ ਵੀ ਇੱਕੋ ਜਿਹੀਆਂ ਹੈ, ਸਭ ਦਾ ਕਿੱਤਾ ਵੀ ਇੱਕੋ ਜਿਹੀ ਹੈ। ਨਹੀਂ ਯਾਰ, ਲੋਕ ਤਾਂ ਇੱਥੇ ਵੀ ਵੱਖ-ਵੱਖ ਪ੍ਰਕਾਰ ਦੇ ਪਾਏ ਗਏ ਹੈ, ਲੋਕ ਤਾਂ ਇੱਥੇ ਵੀ ਵੰਡੇ ਗਏ ਹੈ। ਹੁਣ ਤੁਸੀਂ ਕਹੋਗੇ ਸਰ ਕਮਾਲ ਕਰੀ ਜਾਂਦੇ ਹੋ, ਉਹ ਵੰਡੇ ਸੀ ਕੰਮ ਦੇ ਆਧਾਰ ਤੇ, ਨਾ ਕਿ ਜਾਤ ਪਾਤ ਦੇ ਆਧਾਰ ਤੇ। ਸਮਝ ਗਏ, ਉਹ ਵੰਡੇ ਕਿਹਦੇ ਆਧਾਰ ਤੇ ਹੈ, ਆਪਾਂ ਟਿਕ ਲਾਵਾਂਗੇ ਕੰਮ ਦੇ ਆਧਾਰ ਤੇ ਵੰਡੇ ਹੈ। ਵੈਰੀ ਗੁੱਡ। ਚਲੋ ਫਿਰ ਹੁਣ ਪੜ੍ਹਦੇ ਹਾਂ ਮੇਨ ਚੀਜ਼ ਅੱਜ ਦੀ ਇੱਕ ਖਤਰਨਾਕ। ਬਣਾਓ ਫਿਰ ਹੈਡਿੰਗ, ਰਿਗ ਵੈਦਿਕ ਸੋਸਾਇਟੀ। ਸਮਝਦੇ ਹੋ ਕੰਮ ਦੇ ਆਧਾਰ ਤੇ ਕਿਵੇਂ, ਜਿਵੇਂ ਅੱਜ ਲਾ ਲਓ ਤੁਸੀਂ ਵੀ ਮੰਨ ਲਓ ਜਿਵੇਂ ਆਪਣੇ ਇੱਕ ਧਾਰਨਾ ਬਣੀ ਵੀ ਹੈ, ਮੰਨ ਲਓ ਕਿਸੇ ਐਨਕਾਂ ਉਨਕਾਂ ਲੱਗੀਆਂ, ਮੇਰੇ ਵਾਂਗੂ ਮੰਨ ਲਓ ਐਨਕਾਂ ਉਨਕਾਂ ਲੱਗੀਆਂ, ਜਿਹਨੂੰ ਕਹਿ ਦਈਏ ਯਾਰ ਵੀ ਤੂੰ ਬੜਾ ਪੜਾਕੂ ਲੱਗਦਾ ਹੈ, ਓਏ ਐਂ ਨਹੀਂ ਪਤਾ ਟੀਵੀ ਦੇਖ ਦੇਖ ਹੀ, ਲੈਪਟਾਪ ਦੇਖ ਦੇਖ, ਫਿਲਮਾਂ ਦੇਖ ਦੇਖ ਇਹਨੇ ਆਪਣੀ ਨਿਗਾਹ ਗਾਲੀ ਹੋਵੇ, ਬਟ ਆਪਣਾ ਪਹਿਲਾ ਰਿਐਕਸ਼ਨ ਕੀ ਹੁੰਦਾ, ਇਹਨੇ ਬੜਾ ਪੜਾਕੂ ਲੱਗਦਾ ਹੈ, ਕਹਿੰਦੇ ਪਿੰਡਾਂ ਨੂੰ ਪੜਾ ਪੜੂ ਦਿਆ ਕਰ ਯਾਰ, ਇਹ ਵਿਹਲਾ ਤੁਰਿਆ ਫਿਰਦਾ, ਉਹਨੂੰ ਪੜਾਉਣ ਦਾ ਕੰਮ ਮਿਲ ਗਿਆ। ਹੱਟੇ ਕੱਟੇ ਬਾਡੀ ਬਿਲਡਰ ਬ੍ਰੌਕ ਲੈਸਨਰ, ਇਹੋ ਜਿਹੇ ਬੰਦੇ ਵਿੱਚ ਸੀਗੇ ਮੇਰੇ ਵਰਗੇ, ਤੇ ਕੁੱਲ ਮਿਲਾ ਕੇ ਉਹ ਕਹਿੰਦੇ ਤੂੰ ਪਿੰਡ ਦੀ ਰਕਸ਼ਾ ਕਰਿਆ ਕਰ ਓਏ, ਵਿਹਲਾ ਤੁਰਿਆ ਫਿਰਦਾ ਇੱਥੇ, ਇੱਥੇ ਐਂ ਡਰ ਲੱਗਦਾ ਵੀ ਉਧਰ ਨਾ ਹੋ ਜੇ, ਇੱਧਰ ਨਾ ਹੋ ਜੇ। ਉਹ ਕਹਿੰਦੇ ਚੱਕਰ ਵਾਲੀ ਗੱਲ ਨਹੀਂ ਚਾਚਾ, ਹੈਗਾ ਮੈਂ। ਤੀਜੇ ਨੰਬਰ ਤੇ ਕੋਈ ਖੇਤਾਂ 'ਚ ਕੰਮ ਕਰ ਰਿਹਾ, ਕਾਰੋਬਾਰ ਕਰ ਰਿਹਾ। ਚੌਥੇ ਨੰਬਰ ਤੇ ਵਿੱਚ ਵਿਹਲੇ ਵੀ ਸੀਗੇ। ਹੁਣ ਤੁਹਾਨੂੰ ਪਤਾ ਲੱਗ ਜਾਊਗਾ ਜਦੋਂ ਮੈਂ ਆਹ ਕਲਾਸੀਫਿਕੇਸ਼ਨ ਕਰਤੀ, 90% ਸਮਝ ਜਾਓਗੇ ਵੀ ਅੱਛਾ ਇਦੋਂ ਬਾਅਦ ਪੜਾਕੇ ਪੈਣੇ ਸਟਾਰਟ ਹੋਣੇ ਹੈ। ਮੈਂ ਤੁਹਾਨੂੰ ਪੜਾਉਣ ਜਾ ਰਿਹਾ ਹਾਂ ਰਿਗ ਵੇਦਾ ਦੇ ਰਾਜ ਦੌਰਾਨ अर्ਲੀ ਵੈਦਿਕ ਏਜ ਦੇ ਵਿੱਚ ਸਮਾਜ ਆਪਣਾ 4 ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਸੀ। ਲੈ ਕੇ ਰੱਖ ਲਓ ਬੱਚਿਓ, ਦ society was divided, the society was divided into 4 categories। ਅਸਲ ਵਿੱਚ ਨਾ ਕੈਟੇਗਰੀਜ਼ ਨਾ ਕਹੋ, ਕੈਟੇਗਰੀਜ਼ ਮੈਂ ਤੁਹਾਡੀ ਸਮਝ ਵਾਸਤੇ ਪਵਾ ਰਿਹਾ। ਐਪਰੋਪ੍ਰੀਏਟ ਵਰਡ ਵਰਤੋ, ਵਰਨਾਸ। ਵਰਨਾਸ ਆਪਾਂ ਇਹੀ ਤਾਂ ਅੱਗੇ ਪੜ੍ਹਨੇ ਆ ਵੀ 4 ਤਰ੍ਹਾਂ ਦੇ ਉਦੋਂ ਲੋਕ ਪਾਏ ਗਏ, 4 ਤਰ੍ਹਾਂ ਦੇ, ਜਿਵੇਂ ਬਹੁਤ ਪੜਾਂਗੇ ਆਪਾਂ, ਟੀਚਰਸ ਹੈ, ਸਕਾਲਰਸ ਹੈ, ਪੜ੍ਹੇ ਲਿਖੇ ਲੋਕ ਹੈ, ਵੀ 4 ਤਰ੍ਹਾਂ ਦੇ ਲੋਕ ਪਾਏ ਗਏ ਹੈ, 4 ਤਰ੍ਹਾਂ ਦੇ। ਸਮਝ ਗਏ। ਪਹਿਲੀ ਗੱਲ ਤਾਂ ਆਪਾਂ ਰਿਗਵੇਦਾ ਦੇ ਆਪਾਂ ਤੁਹਾਨੂੰ ਕੀ ਕਿਹਾ, 10 ਬੁੱਕਸ ਹੈ, 10 ਮੰਡਲਸ ਹੈ। ਕਿਹੜੇ ਮੰਡਲ ਦੇ ਵਿੱਚ, ਕਿਹੜੀ ਬੁੱਕ ਦੇ ਵਿੱਚ ਇਹ 4 ਵਰਨਾਸ ਦਾ ਜ਼ਿਕਰ ਕੀਤਾ ਗਿਆ, ਲਿਖ ਕੇ ਰੱਖ ਲਓ। ਪਹਿਲੀ ਗੱਲ ਤਾਂ this classification was given in 10th mandal,
was given in 10th मंडल। 10th ਮੰਡਲ ਦਾ ਨਾਮ ਕੀ ਸੀਗਾ? ਪੁਰੂਸ਼ੁਕਤਾ। ਪੁਰੂਸ਼ੁਕਤਾ ਤੇ ਪੁਰੂਸ਼ੁਕਤਾ ਮੰਡਲ ਦੀ ਰਚਨਾ ਕਿਹਨੇ ਕੀਤੀ ਹੈ? ਆਪਾਂ ਟਿਕ ਲਾਵਾਂਗੇ, ਇਹਨਾਂ ਦੀ ਰਚਨਾ ਕੀਤੀ ਹੈ ਮਹਾਸੁਕਤਿਆਸ। मतलब ਕਿਹੜੇ ਰਿਸ਼ੀਆਂ ਵੱਲੋਂ ਕੀਤੀ ਗਈ ਹੈ? ਮਹਾਸੁਕਤੀ ਰਿਸ਼ੀ ਵੱਲੋਂ ਕੀਤੀ ਗਈ ਹੈ ਪੁਰੂਸ਼ੁਕਤਾ ਮੰਡਲ ਦੀ ਰਚਨਾ। ਇਹ 10ਵੇਂ ਮੰਡਲ ਦੇ ਵਿੱਚ ਕੀ ਦਿੱਤਾ ਗਿਆ ਹੈ? 4 ਤਰ੍ਹਾਂ ਦੇ ਲੋਕ ਪਾਏ ਗਏ ਰਿਗਵੇਦਾ ਦੇ ਰਾਜ ਦੌਰਾਨ। ਰਿਗਵੇਦਾ 4 ਤਰ੍ਹਾਂ ਦੇ ਲੋਕ ਦੇਖਦੇ ਹੋ ਤਰ੍ਹਾਂ ਕਿਹੜੀਆਂ ਨੇ। ਪਹਿਲੀ ਬੱਚੋ ਆ ਗਈ ਜਿਹਨੂੰ ਆਪਾਂ ਅੱਜ ਅੱਗੇ ਜਾ ਕੇ ਕੀ ਬੋਲਾਂਗੇ? ब्राह्मण। ब्राह्मण बोले तो वही पढ़े लिखे लोग, टीचर्स ਜਿਹੜੇ ਕੀ ਬਣੇ ਬਣ ਗਏ ਪੁਜਾਰੀ, ਪ੍ਰੀਸਟਸ। ਕਈ ਥਾਵਾਂ ਤੇ ਹੁਣ ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ ਨਾ ਪੜ੍ਹੇ ਲਿਖੇ ਸਿਆਣੇ ਲੋਕ, ਜਾਂ ਆਪਾਂ ਕਹਿ ਦਾਂਗੇ ਸਕਾਲਰਸ। ਵੈਸੇ ਨਾ ਲਿਖ ਲਓ ਪਹਿਲਾਂ ਇੱਕ ਵਾਰੀ, ਕਿਉਂ ਟਾਈਮ ਗਾਲੇ। फिर दूजे नंबर ते बच्चों केड़े आ गए? क्षत्रियास। क्षत्रियास बोले तो पावरफुल बंदे जेड़े जम्मा जुम्मा लगे हुए सी, बड़े डौले कड्डे है। वॉरियर्स ये अगे जाके की बन गए आपां अगे ही देखांगे। फिर बच्चों जमा लैणों वार पायो, ठीक है, नहीं भी दस रहा ना, जमा लैणों वार पाने हैं। ब्राह्मण क्षत्रिय। फिर लिखो वैश्यास। वैश्यास, वैश्यास का मतलब बच्चों की है? जेड़े खेती बाड़ी कर रहे हैं, जिसको हम क्या बोलते हैं? एग्रीकल्चरिस्ट। जहां बच्चों आप कह दें कारोबारी बंदे, ट्रेडर्स। चौथे शुद्रास। शुद्रस। शुद्रस की सी बेचारे? ये सी असल मेरे अर्गे, वो सी मेरे अर्गे बेचारे पिंगलू ये सी। वो कहते तू की कर लेंगा ओए, तो सीधा खड़े नहीं आंदा घंटा, तू कर की लेंगा ना, ते तू पढ़ाया जाना घंटे तो बाद तू लगातार तू बोल साह तेन चढ़ जाता है। लड़ता तू गाह ना लवें, हड तेरे निकले पे है। खेतीबाड़ी, खेत तू खेत अज तक खेत तू मूँह नहीं देखा, कहना तू ऐ कर हाल में पानी पूनी फड़ा दिया कर। बट ये खुश हो गया क्योंकि ये अर्ली वैदिक एज है। अर्ली वैदिक एज दे विच पूरी आनंद माणिया, खुशी बनाई किने? शुद्रास ने। इनू की बोलते सी, पर बाद विच जाके तुहानूं पता ही है की बोलांगे आपां। इनू कह दिंदे आपां लेबरर्स, जां आपां कह दिंदे आ सर्वर्स ऑफ अपर 3। बट इनू नहीं पता सी भी मेरे नाल गाहां जाके इन्नी भैड़ी करनगे, क्योंकि आ अखर जिहड़े तुहानूं मूहरे 4 लिखाए आ ना, ये मैं थोड़ी समझ वास्ते लिखाई है, इनू सीरीयस नहीं लेना तुसीं अज वास्ते। समझ लो 4 तरह के लोग पाए गए, आ देखने हैं भी कुछ टीचर पाए गए, वॉरियर्स पाए गए, खेतीबाड़ी कम्मा करन वाले पाए गए, विच बेले भी पाए गए, मतलब पानी पूनी फड़ाउण वाले पाए गए। आ चार जिन्हों आपां अगे जाके आ नाम देवांगे, आपां लेटर वैदिक पीरियड को ठोक दांगे आपां। ब्राह्मण, क्षत्रिय, वैश्य, शूद्र। ये लेणों वारी क्यों पाना है? क्योंकि इन्हां दोनां दी बैटल ही स्टार्ट होनी है सुपीरियरिटी दी। आ तां अज भी इनफीरियर आ दोने, उदों भी पिटणगे। तां तुहानूं मैं क्या लैणों वार पाउणा है? आ दोने मैं तुहानूं हमेशा की कहना हुंदा याद है? आ दोने पड़ाके पाउणगे, इन्हां दे पड़ाके पैणगे, तां लैणों वार लिखना है। ये सब तो बड़ी गल की है? ये मैं एक क्लास लिखियां, क्लासेस है, ये कोई कास्ट नहीं, चाहे लिख के रख लो। These were not according to, यहाँ लिखो यार, this classification is based on occupation। ये बच्चों काम के आधार ते बंडी आपां, ये कोई जात पात नहीं आपां लियांदी। तुसीं कहोगे सर उलझाई बड़ा जाती है जे तुहानूं इहो कुछ लिखता। ये काम के आधार ते लोग वंडे गए है। हले खुशी वाला दौर चली जाता है, बट खुशी बड़ा चिर नहीं, बस अगली क्लास पटाका पै जाऊगा। दिस क्लासीफिकेशन इज बेस्ड ऑन ऑक्यूपेशन। बट होया कि हौली हौली क्लासीफिकेशन पक्की हुंदी गई, जिवें जिवें टाइम टप्पी गया, टाइम टप्पी गया, टाइम टप्पी गया, टाइम टप्पी गया। लेटर वैदिक पीरियड तक जांदे जांदे हर बंदे ने अपनी जड़ां मजबूत कर लियां। मतलब ये क्लासीफिकेशन की बन गई? हैरिडिटरी बन गई। भी जेड़ा काम तेरे पापे ने करिया उही कर। वो कहना कमाल दी गल है, वो कहना तेरे पापे ने पानी फड़ाया तू भी पानी फड़ा, तू ब्राह्मण बनने दे लायक नहीं, तू वॉरियर बनने दे लायक नहीं। ये कमाल दी गल है। ये सारा कुछ वैसे कदों होना है? लेटर वैदिक पीरियड दे विच होना है। चाहे लिख ही लो, खड़ जाओ। दिस क्लासिफिकेशन इज बेस्ड ऑन ऑक्यूपेशन।
but in later Vedic period, but in later Vedic period it became hereditary, ये तो पक्की होगी, it became hereditary, it became hereditary, ਜਿਹੜਾ ਕਿ ਆਪਾਂ ਅੱਜ ਨਹੀਂ ਪੜਾਂਗੇ ਕਿਉਂਕਿ ਅੱਜ ਮੈਂ ਲੇਟਰ ਵੈਦਿਕ ਪੀਰੀਅਡ ਨੂੰ ਵਿੱਚ ਬਾੜਨਾ ਨਹੀਂ ਚਾਹੁੰਦਾ। ਹਜੇ ਤਾਂ ਹਲੇ ਆਪਾਂ ਰਿਗ ਵੈਦਿਕ ਲੋਕਾਂ ਦੀ ਗੱਲ ਕਰਦੇ ਆਂ, ਹਲੇ ਆਪਾਂ ਸਮਾਰਕ ਦੀ ਗੱਲ ਕਰਨੀ ਆ ਨਾ, ਹਲੇ ਤਾਂ ਪੇਪਰ ਦੇਣਾ ਆਪਾਂ, ਹਲੇ ਤਾਂ ਆਪਾਂ ਆਹ ਪੁਆਇੰਟ ਦੇਖੀ ਜਾਂਦੇ ਆਪਾਂ, ਇਦੋਂ ਗੱਲ ਛਿੜ ਗਈ ਵੈਸੇ ਆਪਣੀ। ਹਜੇ ਤਾਂ ਆਪਾਂ ਮੇਨ ਪੁਆਇੰਟ ਦੇਖਣੇ ਆ ਵੀ ਰਿਗ ਵੇਦਾ ਦੇ ਵਿੱਚ ਹੋਰ ਕੀ ਕੁਝ ਹੋਊਗਾ। ਪਹਿਲੀ ਗੱਲ ਤਾਂ ਹੁਣ ਆਪਾਂ ਉਸ ਸਮੇਂ ਦੇ ਲੋਕਾਂ ਦੀ ਗੱਲ ਕਰਦੇ ਆਂ, ਜਿਹੜੇ ਰਿਗ ਵੈਦਿਕ ਲੋਕ ਸੀ ਨਾ, ਜਿਹੜੇ ਆਹ ਗੱਲ ਇੱਥੇ ਛੱਡ ਦੇਣੀ ਇੱਕ ਵਾਰ ਵੀ ਇਹ ਕਲਾਸੀਫਿਕੇਸ਼ਨ ਪੱਕੀ ਹੋ ਗਈ ਲੇਟਰ ਵੈਦਿਕ ਪੀਰੀਅਡ ਦੇ ਵਿੱਚ। ਜੋ ਆਪਾਂ ਨੈਕਸਟ ਕਲਾਸ ਚ ਪੜਾਂਗੇ, ਪੜਾਕੇ ਪਾਵਾਂਗੇ, ਪੜਨਾ ਕਿਹੜਾ ਪੜਾਕੇ ਪੈਣੇ ਸਟਾਰਟ ਹੋ ਜਾਣਗੇ। ਅਸਲ ਚ ਤੁਹਾਨੂੰ ਮਜ਼ਾ ਤਾਂ ਨੈਕਸਟ ਕਲਾਸ ਚ ਹੀ ਆਉਣ ਲੱਗ ਜੂ, ਕੁਛ ਸ਼ੱਕ ਵਾਲੀ ਗੱਲ ਨਹੀਂ। ਬਟ ਆਪਾਂ ਦੇਖਣਾ ਹੈ ਵੀ ਲੇਟਰ ਅਰਲੀ ਵੈਦਿਕ ਮਤਲਬ ਰਿਗ ਵੈਦਿਕ ਜਿਹੜੇ ਲੋਕ ਸੀ ਬੱਚੇ, ਇਹ ਸੀਗੇ ਪੈਸਟੋਰਲ ਪੀਪਲ। ਸਮਝਦੇ ਪੈਸਟੋਰਲ ਪੀਪਲ ਕੀ ਹੁੰਦਾ? ਕਾਓ ਯੂਜ਼ ਕਰਦੇ ਸੀ ਇਹ, ਕਾਓ ਨੂੰ ਰਿਗ ਵੈਦਿਕ ਏਜ ਦੇ ਵਿੱਚ ਸਭ ਤੋਂ ਵੱਡਾ ਸਿੰਬਲ ਮੰਨਿਆ ਗਿਆ। ਜਿਹੜੇ ਬੰਦੇ ਕੋਲੇ ਸਭ ਤੋਂ ਵੱਧ ਗਊਆਂ ਹੈ ਉਹ ਸਭ ਤੋਂ ਪਾਵਰਫੁਲ ਬੰਦਾ ਹੈ। ਈਵਨ ਕਹਿੰਦੇ ਲੜਾਈਆਂ ਵੀ ਕਾਓ ਨੂੰ ਅਕਵਾਇਰ ਕਰਨ ਵਾਸਤੇ ਹੁੰਦੀਆਂ ਸੀ ਉਹਨਾਂ ਸਮਿਆਂ ਦੇ ਵਿੱਚ। ਹੁਣ ਆਪਾਂ ਉਹਦੀ ਗੱਲ ਕਰਨੀ ਹੈ, ਮਤਲਬ ਪਹਿਲਾਂ ਆਪਾਂ ਦੇਖਣਾ ਹੈ ਵੀ ਰਿਗ ਵੈਦਿਕ ਟਰਮਸ, ਕੀ ਦੇਖਣਾ ਆਪਾਂ? ਰਿਗ ਵੈਦਿਕ ਟਰਮਸ। ਫਿਰ ਆਪਾਂ ਦੇਖਣੀ ਹੈ ਐਂਸ਼ੀਐਂਟ ਟਰਮਸ ਦੇਖਣੀਆਂ ਆਪਾਂ। ਰਿਗ ਵੈਦਿਕ ਦੇਖਾਂਗੇ ਤੇ ਫਿਰ ਆਪਾਂ ਉਹਦੇ ਮਾਡਰਨ ਨਾਮ ਦੇਖਾਂਗੇ। ਉੱਥੇ ਪੜਾਂਗੇ ਆਪਾਂ ਵੀ ਉਸ ਸਮੇਂ ਸਮਾਜ 'ਚ ਕੀ ਪਾਇਆ ਗਿਆ ਜੀ, ਕੁਲ ਪਾਇਆ ਗਿਆ, ਕੁਲ। ਅੱਛਾ ਓਕੇ, ਜਿਵੇਂ ਕੁਲ ਹੋ ਗਿਆ ਬੱਚੋ, ਫਿਰ ਆਪਾਂ ਅੱਗੇ ਕੁਲ ਤੋਂ ਬਾਅਦ ਆਪਾਂ ਦੇਖਾਂਗੇ ਕਲੈਨ ਬਣ ਜਾਂਦਾ ਹੈ। ਕਲੈਨ ਤੋਂ ਬਾਅਦ ਫਿਰ ਆਪਾਂ ਦੇਖਾਂਗੇ ਜਿਹਨੂੰ ਕਲੈਨ ਨੂੰ ਆਪਾਂ ਕਹਿ ਦਿੰਦੇ ਹਾਂ ਵਿਸ। ਠੀਕ ਹੈ, ਮੈਨੂੰ ਐਂ ਲੱਗਦਾ ਵੀ ਅੱਜ ਦੀ ਕਲਾਸ ਨੂੰ ਵੀ ਬੇਕਾਰ ਹੈ, ਟਫ ਹੈ, ਆਪਾਂ ਨੂੰ ਕੰਟੀਨਿਊ ਕੱਲ ਨੂੰ ਕਰਾਂਗੇ। ਕੱਲ ਨੂੰ ਬਸ ਫਿਰ ਆਪਾਂ ਤੁਹਾਡੇ ਸਾਰਾ ਕੁਝ ਦਿਮਾਗ 'ਚ ਛਾਪ ਦਾਂਗੇ। ਮੈਨੂੰ ਪਤਾ ਜਿਹੜਾ ਬੱਚਾ ਫਸਟ ਟਾਈਮ ਪੜ੍ਹਦਾ, ਫਰੈਸ਼ਰ ਪੜ੍ਹਦਾ, ਉਹਦੇ ਲਈ ਥੋੜੀ ਕਲਾਸ ਟਫ ਹੁੰਦੀ ਹੈ ਇਹ। ਬਟ ਆਪਾਂ ਕੀਤਾ ਕੁਛ ਨਹੀਂ ਯਾਰ, ਤੁਹਾਨੂੰ ਪਤਾ ਟਾਈਮ ਪਾਸ ਹੀ ਕੀਤਾ ਆਪਾਂ, ਵੀ ਬਿਨਾਂ ਕੋਲ 40 ਮਿੰਟ ਲਾਤੇ ਜਮਾ ਟਾਈਮ ਪਾਸ ਕਰੇ। ਮੈਂ ਤੁਹਾਨੂੰ ਕੁਇਕ ਰਿਵਾਈਜ਼ ਕਰਾ ਦੇਣਾ ਕੀਤਾ ਕੀ ਆਪਾਂ ਇੰਦਰ, ਅਗਨੀ, ਵਰੁਣ, ਦਯੂਸ ਆਪਾਂ ਦੇਖਿਆ। ਕੀ ਦੇਖਿਆ ਆਪਾਂ? 10ਵਾਂ ਮੰਡਲ ਦੇਖਿਆ, ਦੂਜਾ ਤੋਂ ਤੀਜਾ ਓਲਡੈਸਟ ਹੈ, ਪਹਿਲਾ 9ਵਾਂ ਲੇਟੈਸਟ ਐਡੀਸ਼ਨ ਹੈ। ਕੁਝ ਵੀ ਨਹੀਂ ਦੇਖਿਆ ਪੁਆਇੰਟ ਤਾਂ ਹਜੇ ਆਪਾਂ, ਬਸ ਇੰਨੀ ਤੁਹਾਨੂੰ ਦੱਸਿਆ ਇੱਕ ਅਰਲੀ ਵੈਦਿਕ ਏਜ ਹੁੰਦੀ ਹੈ, ਇੱਕ ਆਪਣੇ ਬੱਚੋਂ ਲੇਟਰ ਵੈਦਿਕ ਏਜ ਹੁੰਦੀ ਹੈ। ਬਸ ਇਹੀ ਗੱਲ ਦੇਖੀ ਹੈ। ਜਿਹੜੇ ਰਿਗ ਵੈਦਿਕ ਲੋਕ ਹੁੰਦੇ ਹੈ ਇੱਥੇ ਕਾਓ ਦੀ ਬਹੁਤ ਜ਼ਿਆਦਾ ਇੰਪੋਰਟੈਂਸ ਹੁੰਦੀ ਹੈ, ਕਾਓ ਦੀ ਬਹੁਤ ਜ਼ਿਆਦਾ ਇੰਪੋਰਟੈਂਸ ਹੁੰਦੀ ਹੈ। ਆਪਾਂ ਕੱਲ ਨੂੰ ਕੰਟੀਨਿਊ ਕਰਦੇ ਹਾਂ, ਮਤਲਬ ਤੁਹਾਨੂੰ ਤਾਂ ਪਤਾ ਹੈ ਕਿ ਆਪਣਾ ਕੱਲ ਕੀ ਹੈ, ਮਤਲਬ ਨੈਕਸਟ ਵੀਡੀਓ 'ਚ ਆਪਾਂ ਕੰਟੀਨਿਊ ਕਰਦੇ ਹਾਂ ਆਪਾਂ। ਠੀਕ ਹੈ, ਚਲੋ ਠੀਕ ਹੈ ਫਿਰ ਬੱਚੋ, ਗੁੱਡ ਨਾਈਟ ਹੈ, ਸਵੀਟ ਡ੍ਰੀਮਸ ਹੈ, ਟੇਕ ਕੇਅਰ ਹੈ। ਠੀਕ ਹੈ, ਬਾਏ।